ਜੀ ਕਾ ਖਾਲਸਾ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਖਾਲਸਾ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰੀਏ ਸ਼ੁਰੂ ਗੁਰਗੀ ਸਾਹਿਬ। ਵਾਹਿਗੁਰੂ ਜੀ ਕੀ ਫਤਿਹ। ਗੁਰਕੀ ਸਾਹਿਬ ਨਿੱਜ ਸਾਹਿਬ ਸਾਧ ਸੰਗਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਹਾਂਜੀ ਵਾਹਿਗੁਰੂ ਜੀ ਫਤਿਹ। ਨਿੱਜਰ ਸਾਹਿਬ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨਿੱਜਰ ਸਾਹਿਬ ਕੀ ਕਹਿ ਰਹੇ ਆਪ? ਮੈਂ ਕਿਹਾ ਸ਼ੁਰੂ ਕਰੀਏ ਗੁਰਗੀ ਸਾਹਿਬ। ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਹਾਂਜੀ ਹਾਂਜੀ ਹਾਂ ਓਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਓਕੇ ਸੰਗਤ ਜੀ ਟਾਈਮ ਹੋ ਗਿਆ ਜੋ ਫਤਿਹ ਸਮਾਪਤ। ਅਸੀਂ 306 ਅੰਗ ਤੋਂ ਗਿਆਨ ਸ਼ੁਰੂ ਕਰਨਾ ਹੈ ਜੀ। ਔਰ 12 ਪੌੜੀਆਂ ਹੋ ਗਈਆਂ ਸੀਗੀਆਂ। ਹੁਣ 13ਵੀਂ ਪੌੜੀ ਆਪਾਂ ਨੇ ਲੈਣੀ ਆ। ਚੌਥੀ ਪਾਤਸ਼ਾਹੀ ਦੀ ਜਿਹੜੀ ਹੈ ਗੌੜੀ ਰਾਗ ਦੇ ਵਿੱਚ ਵਾਰ ਹੈਗੀ। ਔਰ ਜ਼ਿਆਦਾਤਰ ਸ਼ਲੋਕ ਜਿਹੜੇ ਚੌਥੀ ਪਾਤਸ਼ਾਹੀ ਦੇ ਹੈਗੇ ਅਤੇ ਪੌੜੀਆਂ ਤਾਂ ਉਹਨਾਂ ਦੀਆਂ ਹੈ ਹੀ ਹੈ। ਅਤੇ ਅੰਗ 306 306 ਸ਼ਲੋਕ ਮਹੱਲਾ ਚੌਥਾ। ਇਸ ਤੋਂ ਪਹਿਲਾਂ ਜਿਹੜੀ ਹੈਗੀ ਆ ਮਹਾਰਾਜ ਨੇ ਜਿਹੜੀ ਆ ਪਹਿਲੀ ਪੌੜੀ ਸੀਗੀ ਉਹਦੇ ਵਿੱਚ ਨਿੰਦਕਾਂ ਦੀ ਗੱਲ ਦੱਸੀ ਸੀਗੀ ਮਹਾਰਾਜ ਨੇ ਵੀ ਭਗਤ ਜਿਹੜੇ ਹੈਗੇ ਭਗਤਾਂ ਦੇ ਨਾਲ ਜਿਹੜੇ ਹੈਗੇ ਆ ਨਿੰਦਕ ਜਿਹੜੇ ਆ ਖਹਿੰਦੇ ਹੈਗੇ ਆ। ਪਰ ਭਗਤਾਂ ਦਾ ਜਿਹੜਾ ਪ੍ਰਤਾਪ ਹੈਗਾ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਨਾਂ ਦਾ ਦਿਨ ਦੁਣੀ ਰਾਤ ਚੌਗੁਣੀ ਤਰੱਕੀ ਕਰਦਾ। ਔਰ ਨਿੰਦਕ ਜਿਹੜੇ ਹੈਗੇ ਉਹ ਆਪਣਾ ਜਨਮ ਗਵਾ ਲੈਂਦੇ ਆ। ਉਸੇ ਟੌਪਿਕ ਦੇ ਉੱਤੇ ਮਹਾਰਾਜ ਇਹ ਸ਼ਬਦ ਇਹ ਲਗਾ ਰਹੇ ਆ ਪੌੜੀ। ਸ਼ਲੋਕ ਮਹਲਾ ਚੌਥਾ। ਅੰਤਰ ਹਰ ਗੁਰੂ ਧਿਆਇਂਦਾ ਵੱਡੀ ਵਡਿਆਈ। ਕਹਿੰਦੇ ਗੁਰੂ ਬ੍ਰਹਮ ਗਿਆਨੀ ਜਿਹੜੇ ਹੈਗੇ ਆ ਉਹਨਾਂ ਦੀ ਵੱਡੀ ਵਡਿਆਈ ਕਿਉਂ ਆ? ਕਿਉਂਕਿ ਉਹਨਾਂ ਦੇ ਅੰਦਰ ਪਰਮਾਤਮਾ ਹੈਗਾ ਭਾਈ। ਉਹਦਾ ਧਿਆਨ ਉਹ ਮਾਲਕ ਦਾ ਧਿਆਨ ਹਰ ਟਾਈਮ ਉਹਨਾਂ ਦੇ ਅੰਦਰ ਮਾਲਕ ਦਾ ਧਿਆਨ ਹੁੰਦਾ ਹੈ। ਮਾਲਕ ਪ੍ਰਤੱਖ ਹੁੰਦਾ ਹੈ। ਇਹ ਕਿਵੇਂ ਜਿਹੜੀ ਹੈਗੀ ਉਹਨਾਂ ਦੀ ਵੱਡੀ ਵਡਿਆਈ ਹੋ ਗਈ? ਤੁਸ ਦਿੱਤੀ ਪੂਰੈ ਸਤਿਗੁਰੂ ਘਟੇ ਨਾਹੀ ਇੱਕ ਤਿਲ ਕਿਸੇ ਦੀ ਘਟਾਈ। ਕਹਿੰਦੇ ਤੁਸ ਦਾ ਮਤਲਬ ਤੂੰ ਨਹੀਂ, ਤੁਸ ਦਾ ਮਤਲਬ ਖੁਸ਼ ਹੋ ਕੇ। ਤੁਸ ਸੱਸੇ ਦੀ ਸਿਆਰੀ ਕਹਿੰਦੇ ਗੁਰੂ ਨੇ ਖੁਸ਼ ਹੋ ਕੇ ਜਿਹੜਾ ਹੈਗਾ ਗਿਆਨ ਦਿੱਤਾ ਅਤੇ ਧਿਆਨ ਦੇ ਨਾਲ ਆਹ ਵਡਿਆਈ ਹੋਈ। ਸਟੈਪ ਬਾਈ ਸਟੈਪ ਜਿਹੜੇ ਹੈਗੇ ਆ ਉਹਨਾਂ ਨੇ ਜਿਹੜੀ ਹੈਗੀ ਭਗਤੀ ਕੀਤੀ। ਔਰ ਆ ਜਿਹੜਾ ਹੈ ਅੰਤਰ ਹਰ ਗੁਰੂ ਪ੍ਰਗਟ ਹੋ ਗਿਆ ਪਰਮਾਤਮਾ ਗੁਰੂ ਦੇ ਅੰਦਰ। ਵਡਿਆਈ ਵੱਡੀ ਹੋ ਗਈ। ਉਹਨਾਂ ਨੇ ਵੀ ਜਿਹੜੀ ਯਾਤਰਾ ਇਸੇ ਤਰੀਕੇ ਦੇ ਨਾਲ ਕੀਤੀ ਹੈ। ਉਹਨਾਂ ਨੇ ਵੀ ਗੁਰੂ ਨੂੰ ਜਿਹੜਾ ਹੈਗਾ ਗੁਰੂ ਨੂੰ ਕੰਸਲਟ ਕੀਤਾ ਹੈ। ਬ੍ਰਹਮ ਗਿਆਨੀਆਂ ਗੁਰੂ ਤੋਂ ਸਤਿਗੁਰੂ ਤੋਂ ਗਿਆਨ ਲਿਆ ਆ। ਤੁਸੀਂ ਦਿੱਤੀ ਪੂਰੇ ਸਤਿਗੁਰੂ ਘਟੇ ਨਾਹੀ ਇੱਕ ਤਿਲ ਕਿਸੇ ਦੀ ਘਟਾਈ। ਕਹਿੰਦੇ ਇਹ ਵਡਿਆਈ ਨਹੀਂ ਘਟ ਸਕਦੀ ਪਾਏ ਭਾਵੇਂ ਜੋ ਮਰਜ਼ੀ ਕੋਈ ਕਰ ਲੈ। ਅਸੀਂ 306 ਅੰਗ 'ਤੇ ਹੈਗੇ 306 'ਤੇ। ਸੱਚ ਸਾਹਿਬ ਸਤਿਗੁਰੂ ਕੇ ਵੱਲ ਹੈ ਤਾਂ ਝੱਖ ਝੱਖ ਮਰੇ ਸਭ ਲੋਕਾਈ। ਕਹਿੰਦੇ ਉਹਨਾਂ ਦੇ ਸਤਿਗੁਰੂ ਦੇ ਵੱਲ ਤਾਂ ਉਹ ਸੱਚਾ ਸਾਹਿਬ ਉਹ ਮਾਲਕ ਪਰਮਾਤਮਾ ਜਿਹਨੇ ਸਾਰਿਆਂ ਨੂੰ ਪੈਦਾ ਕੀਤਾ ਹੈ, ਜੋ ਸਾਰਿਆਂ ਨੂੰ ਸਾਰੀ ਸ੍ਰਿਸ਼ਟੀ ਬਣਾਈ ਆ, ਸਾਰਿਆਂ ਨੂੰ ਦੇ ਰਿਹਾ ਹੈ ਮਾਲਕ ਪਰਮਾਤਮਾ, ਉਹ ਸਤਿਗੁਰੂ ਦੇ ਵੱਲ ਹੈਗਾ। ਅਤੇ ਫਿਰ ਸਾਰੀ ਲੋਕਾਈ ਭਾਵੇਂ ਝੱਖ ਮਾਰਦੀ ਰਹੇ ਸਤਿਗੁਰੂ ਦਾ ਕੁਛ ਨਹੀਂ ਵਿਗਾੜ ਸਕਦੇ। ਬ੍ਰਹਮ ਗਿਆਨੀਆਂ ਦਾ ਕੁਛ ਨਹੀਂ ਵਿਗਾੜ ਸਕਦੇ। ਉਹ ਤਾਂ ਝੱਖ ਮਰੇ ਸਭ ਲੋਕਾਈ। ਆਪਣਾ ਜੀਵਨ ਜ਼ਰੂਰ ਜਿਹੜਾ ਹੈਗਾ ਆਤਮਿਕ ਮੌਤ ਮਰ ਜਾਣਗੇ ਜੋ ਉਹਨਾਂ ਦੇ ਵਿੱਚ ਜਾਣਗੇ। ਨਿੰਦਕਾਂ ਕੇ ਮੂੰਹ ਕਾਲੇ ਕਰੇ ਹਰ ਕਰਤਾ ਆਪ ਵਧਾਈ। ਪੂਰੇ ਸਤਿਗੁਰੂ ਦੀ ਵਡਿਆਈ ਕਰਤੇ ਨੇ ਆਪ ਵਧਾਈ ਆ। ਅਤੇ ਨਿੰਦਕ ਜਿਹੜੇ ਹੈਗੇ ਉਹਨਾਂ ਨੂੰ ਕਾਲਕ ਹੀ ਮਿਲਣੀ ਆ ਭਾਈ। ਉਹਨਾਂ ਦੇ ਮੂੰਹ ਲੋਕ ਪਰਲੋਕ ਦੇ ਵਿੱਚ ਕਾਲੇ ਹੋਣੇ ਆ। ਜਿਉਂ ਨਿੰਦ ਕਰਾਂ ਤਿਉਂ ਨਿਤ ਚੜ੍ਹੇ ਸਵਾਈ। ਜਿਉਂ ਨਿੰਦਾ ਕਰਨਗੇ ਉਹਨਾਂ ਦਾ ਜੀਵਨ ਜਾਏਗਾ। ਪਰ ਸਤਿਗੁਰੂ ਦੀ ਗੁਰੂ ਦੀ ਬ੍ਰਹਮ ਗਿਆਨੀਆਂ ਦੀ ਭਗਤਾਂ ਦੀ ਜਿਹੜੀ ਹੈ ਵਡਿਆਈ ਚੜ੍ਹਾਈ ਉਹ ਨਿਤ ਦਿਨ ਦੂਣੀ ਰਾਤ ਚੌਗਣੀ ਹੋਏਗੀ। ਜਨ ਨਾਨਕ ਹਰ ਆਰਾਧਿਆ ਤਿਨੇ ਪੈਰੀ ਆਣ ਸਭ ਪਾਈ। ਕਿਉਂਕਿ ਉਹਨਾਂ ਨੇ ਸਤਿਗੁਰੂ ਨੇ ਭਗਤਾਂ ਨੇ ਪਰਮੇਸ਼ਰ ਦੀ ਆਰਾਧਨਾ ਕੀਤੀ ਹੈ। ਔਰ ਉਸ ਮਾਲਕ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਜਿਹੜੀ ਹੈ ਉਹਨਾਂ ਦੇ ਪੈਰਾਂ ਦੇ ਉੱਤੇ ਲਿਆ ਕੇ ਪਾ ਦਿੱਤੀ ਆ। ਹਾਂਜੀ ਵੀਰ ਜੀ।
जी निजर साहब, हाँ जी हाँ जी आप पूरा कर लिया? हाँ जी। अच्छा, मैं परे चल गया सी। आप पहली तुक फिर दोबारा बोल दो प्लीज। ਇਹਦੇ ਪਹਿਲੀ ਤੁਕ ਦੇ ਵਿੱਚ ਮਹਾਰਾਜ ਚੌਥੀ ਪਾਤਸ਼ਾਹੀ ਆਪਾਂ ਨੂੰ ਜਿਹੜੇ ਹੈਗੇ ਨਾ ਗੁਰੂ ਦੀ, ਬ੍ਰਹਮ ਗਿਆਨੀਆਂ ਦੀ, ਸਤਿਗੁਰੂ ਦੀ, ਉਹਨਾਂ ਦੀ ਵਡਿਆਈ ਜਿਹੜੀ ਆ ਵੱਡੀ ਕਿਉਂ ਹੈਗੀ ਆ, ਇਹਦੇ ਬਾਰੇ ਗਿਆਨ ਦਿੰਦੇ ਆ। ਅੰਤਰ ਹਰ ਗੁਰੂ ਧਿਆਨ ਦਾ ਵੱਡੀ ਵਡਿਆਈ, ਕਹਿੰਦੇ ਉਹਨਾਂ ਦਾ ਧਿਆਨ ਜਿਹੜਾ ਹੈਗਾ ਉਹਨਾਂ ਦੇ ਅੰਦਰ ਪਰਮਾਤਮਾ ਆ, ਉਹਨਾਂ ਦਾ ਧਿਆਨ ਪਰਮਾਤਮਾ ਦੇ ਨਾਲ ਹੈਗਾ, ਇਸ ਕਰਕੇ ਉਹਨਾਂ ਦੀ ਵਡਿਆਈ ਹੈ। ਤੇ ਕਿਵੇਂ ਹੋ ਗਈ ਇਹ ਵੱਡੀ ਵਡਿਆਈ? ਤੁਸ ਦਿੱਤੀ ਪੂਰਾ ਸਤਿਗੁਰੂ, ਉਹਨਾਂ ਤੇ ਪੂਰਾ ਸਤਿਗੁਰੂ ਖੁਸ਼ ਹੈ। ਪੂਰੇ ਸਤਿਗੁਰੂ ਨੂੰ ਦੇ ਨਾਲ ਉਹਨਾਂ ਨੇ, ਪੂਰੇ ਸਤਿਗੁਰੂ ਦੇ ਅਨੁਸਾਰ ਉਹਨਾਂ ਨੇ ਯਾਤਰਾ ਕੀਤੀ ਹੈ। ਖੁਸ਼ ਹੋ ਕੇ ਜਿਹੜਾ ਹੈਗਾ ਪੂਰੇ ਸਤਿਗੁਰੂ ਨੇ ਉਹਨਾਂ ਨੂੰ ਜਿਹੜਾ ਹੈਗਾ ਵਡਿਆਈ ਦਿੱਤੀ ਹੈ ਭਾਈ। ਇੱਕ ਤਿਲ ਕਿਸ ਘਟੇ ਨਹੀਂ, ਇੱਕ ਤਿਲ ਕਿਸੇ ਦੀ ਘਟਾਈ, ਇੱਕ ਤਿਲ ਜਿੰਨੀ ਵੀ ਨਹੀਂ ਘਟ ਸਕਦੀ, ਭਾਵੇਂ ਕੋਈ ਜ਼ੋਰ ਲਗਾ ਲੇ ਜਿੰਨਾ ਮਰਜੀ। ਹਾਂਜੀ ਵੀਰ ਜੀ। हाँ जी ठीक है साध संगत जी, ਕੱਲ ਆਪਾਂ ਜੋ ਵਿਚਾਰ ਕੀਤੀ ਸੀ ਬਾਣੀ ਦੇ ਵਿੱਚ, ਉਹਨਾਂ ਨੇ ਬੜੀ ਕਲੀਅਰਲੀ ਸਾਨੂੰ ਕਲੀਅਰ ਕਰਕੇ ਸਮਝਾ ਦਿੱਤਾ ਸੀ ਕਿ ਇੱਕ ਜਿਹੜਾ ਸ਼ਾਹ ਵਾ ਉਹ ਸ਼ਾਹ ਤਾਂ ਹੈ ਜੇਕਰ ਉਸਦੇ ਕੋਲ ਕੋਈ ਚੀਜ਼ ਹੈ ਦੂਸਰੇ ਨੂੰ ਦੇਣ ਵਾਸਤੇ। ਜੇਕਰ ਉਹਦੇ ਕੋਲ ਚੀਜ਼ ਨਹੀਂ ਹੈ ਤੇ ਉਹ ਦੂਸਰੇ ਨੂੰ ਨਹੀਂ ਦੇ ਸਕਦਾ। ਠੀਕ ਹੈ, ਚੀਜ਼ ਹੋਣੀ ਵੀ ਜ਼ਰੂਰੀ ਹੈ, ਵਸਤੂ ਹੈ, ਚਾਹੇ ਕੋਈ ਗਿਆਨ ਹੈ, ਚਾਹੇ ਕੋਈ ਪੈਸਾ ਹੈ, ਚਾਹੇ ਸੱਚ ਹੈ, ਚਾਹੇ ਰੱਬ ਹੈ। ਉਹ ਹੀ ਬੰਦੇ ਦਾ ਗਿਆਨ ਅਗਲੇ ਬੰਨੇ ਕੰਮ ਕਰੇਗਾ ਜਿਸ ਦੇ ਕੋਲ ਹੈ। ਅਗਰ ਤੁਹਾਨੂੰ ਰੋਟੀ ਬਣਾਉਣੀ ਆਉਂਦੀ ਹੈ ਤੇ ਤੁਸੀਂ ਦੂਜਿਆਂ ਨੂੰ ਸਿਖਾ ਸਕਦੇ ਜੋ। ਜੇਕਰ ਤੁਹਾਨੂੰ ਨਹੀਂ ਆਉਂਦੀ ਤੇ ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰਕੇ ਦੇਖ ਲਓ, ਜੋ ਮਰਜ਼ੀ ਸਿਖਾਓਗੇ ਦੂਸਰੇ ਨੂੰ, ਉਹ ਇੱਕ ਅਗਿਆਨ ਵਧਾਵੇਗਾ, ਇੱਕ ਭਰਮ ਵਧਾਵੇਗਾ, ਅਗਲੇ ਦੇ ਪੱਲੇ ਕੁਛ ਨਹੀਂ ਪੈਣਾ, ਕਿਉਂਕਿ ਤੁਹਾਨੂੰ ਨਹੀਂ ਆਉਂਦਾ। ਇਹ ਬਾਣੀ 'ਚ ਖਾਸ ਕਰਕੇ ਕਿਹਾ ਗਿਆ ਹੈ ਕਿ ਜਿਹੜਾ ਗਿਆਨ ਹੈ ਉਸ ਮਨੁੱਖ ਤੋਂ ਹੀ ਲੈਣਾ ਹੈ, ਜਿਵੇਂ ਗੁਰੂਆਂ ਦਾ ਗਿਆਨ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਜਿਹਦੇ ਪੱਲੇ ਆ ਕੁਛ। ਤੇ ਜੇ ਕੋਈ ਆਪਣੀ ਫਿਲਾਸਫੀ ਬਣਾ ਕੇ ਬੈਠਾ ਹੈ, ਆਪਣਾ ਉਹਨੇ ਕੋਈ ਨਵਾਂ ਹੀ ਸਿਧਾਂਤ ਬਣਾ ਲਿਆ ਹੈ, ਫਿਰ ਕਹਿੰਦੇ ਕਿ ਠੀਕ ਹੈ ਉਹ ਰਾਈਟ ਹੈ, ਬਟ ਉਹਦੀ ਜਿਹੜੀ ਫਿਲਾਸਫੀ ਆ ਉਹ ਗ੍ਰੰਥਾਂ ਦੇ ਨਾਲ ਤਾਲਮੇਲ ਹੋਣਾ ਜ਼ਰੂਰੀ ਹੈ, ਕੋਈ ਨਵਾਂ ਰਸਤਾ ਨਹੀਂ ਹੋਣਾ ਚਾਹੀਦਾ, ਕਿਉਂਕਿ ਗਿਆਨ ਤੇ ਗ੍ਰੰਥਾਂ 'ਚ ਹੈ। ਇਹ ਅੱਜ ਤੋਂ ਕਿੰਨੇ ਹਜ਼ਾਰ ਸਾਲ ਪਹਿਲਾਂ ਕਿਹਨੂੰ ਕੀ ਪਤਾ ਸੀ ਆਤਮਾ ਕੀ ਹੈ, ਰੱਬ ਕੀ ਹੈ। ਗੋਰਕੀ ਸਾਹਿਬ ਇੱਕ ਚੀਜ਼ ਦੇਖੋ ਨਾ, ਰਸਤਾ ਜਿਹੜਾ ਹੈਗਾ ਕਿਤੇ ਜਾਣ ਵਾਸਤੇ ਰਸਤਾ ਇੱਕੋ ਹੀ ਰਸਤਾ ਹੈਗਾ, ਤੇ ਜਦ ਤੱਕ ਉਹ ਰਸਤਾ ਨਹੀਂ ਦੱਸਾਂਗੇ ਤੇ ਤਦ ਤੱਕ ਤਾਂ ਬਾਕੀ ਸਾਰਾ ਤਾਂ ਝੂਠ ਹੀ ਆ। ਉਹ ਰਸਤਾ ਤਾਂ ਉਹੀ ਰਹਿਣਾ ਆ, ਭਾਵੇਂ ਸਤਜੁਗ ਹੋਏ, ਭਾਵੇਂ ਕਲਯੁਗ ਹੋਏ, ਭਾਵੇਂ ਜਦ ਜਿਹੜਾ ਮਰਜ਼ੀ ਯੁੱਗ ਹੋਏ, ਰਾਹ ਤਾਂ ਮਾਲਕ ਨੇ ਜਿਹੜਾ ਡਿਜ਼ਾਈਨ ਕੀਤਾ ਰਾਹ ਤਾਂ ਉਹੀ ਰਹਿਣਾ ਨਾ। ਹਾਂ ਬਿਲਕੁਲ ਸਹੀ ਹੈ ਜੀ, ਰਸਤਾ ਨਹੀਂ ਜੇ ਬਦਲਣਾ, ਤੇ ਜੇ ਕੋਈ ਨਵਾਂ ਹੀ ਰਸਤਾ ਕੱਢ ਕੇ ਬੈਠਾ ਹੈ ਤੇ ਫਿਰ ਉਹਦਾ ਇੱਕ ਕਾਲਪਨਿਕ ਰਸਤਾ ਹੈ, ਉਹ ਅਸਲੀਅਤ ਨਹੀਂ ਹੈ। ਹਾਂ ਹੁਣ ਜਿੱਦਾਂ ਨੂਰ ਮਹਿਲੀਆਂ ਦਾ ਬਾਬਾ ਬੈਠਾ ਹੈ ਉੱਥੇ ਸਮਾਧੀ ਲੀਨ, ਉਹ ਤੇ ਮਰ ਗਿਆ। ਤੇ ਜਿਹੜਾ ਮਰ ਗਿਆ ਖਤਮ। ਤੇ ਉਹ ਅੱਜ ਦੀ ਡੇਟ 'ਚ ਵੀ ਲੋਕ ਅੰਧ ਵਿਸ਼ਵਾਸੀ ਬੈਠੇ ਨੇ ਕਿ ਉਹ ਸੋਚਦੇ ਨੇ ਕਿ ਬਾਬਾ ਉੱਠੂਗਾ, ਇਹ ਸਾਡੇ ਲਈ ਸਮਾਧੀ ਲਾ ਕੇ ਬੈਠਾ ਹੈ। ਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਕੇ ਦੇਖੋ, ਇੱਥੇ ਏਦਾਂ ਦੀ ਸਮਾਧੀ ਦਾ ਕੋਈ ਜ਼ਿਕਰ ਨਹੀਂ ਆਉਂਦਾ। ਅੱਜ ਗੋਰਕੀ ਸਾਹਿਬ ਗ੍ਰੰਥ ਸਾਹਿਬ ਸੌਰੀ ਹੈ, ਅੱਜ ਅਸੀਂ ਨੇ ਸਵੇਰੇ ਜਿਹੜਾ ਕੀਤਾ ਹੈ ਮਤਲਬ ਸੱਧ ਜਿਹੜਾ ਰਾਮਕਲੀ ਸੱਧ ਕੀਤਾ, ਉਹਦੇ ਵਿੱਚ ਤੀਸਰੀ ਪਾਤਸ਼ਾਹੀ ਨੇ ਦੱਸਿਆ ਹੈ ਭਾਈ, ਸਿੱਖਾਂ ਨੂੰ ਸੱਦ ਲਿਆ, ਸਾਰਿਆਂ ਨੂੰ ਸੱਦ ਕੇ ਕਹਿੰਦੇ ਆ ਬਈ ਹੁਣ ਜਿਹੜਾ ਹੈਗਾ ਮੇਰਾ ਸਮਾਂ ਆ ਗਿਆ, ਮੇਰਾ ਸਰੀਰ ਛੱਡਣ ਦਾ ਟਾਈਮ ਆ ਗਿਆ, ਮਾਲਕ ਖੁਸ਼ ਹੈਗਾ। ਔਰ ਉਹਨਾਂ ਨੇ ਚੌਥੀ ਪਾਤਸ਼ਾਹੀ ਨੂੰ ਗੁਰਗੱਦੀ ਦਿੱਤੀ, ਜਿਹੜੇ ਕਿ ਉਹਨਾਂ ਦੇ ਆਪਣੇ ਜਿਹੜੇ ਹੈਗੇ ਨਾ ਬੱਚੇ ਸੀਗੇ, ਨਾ ਉਹਨਾਂ ਦੇ ਰਿਲੇਟਿਵ ਸੀਗੇ, ਔਰ ਜਿਹੜੇ ਉੱਥੇ ਚੂਨਾ ਮੰਡੀ ਲਾਹੌਰ ਦੇ ਵਿੱਚ ਜਿਹੜੇ ਹੈ ਜਿਨ੍ਹਾਂ ਦੇ ਮਾਂ ਪਿਓ ਬੱਚਾ ਸੀ 9-10 ਸਾਲ ਦਾ, ਉਹਦੇ ਮਾਂ ਪਿਓ ਦੋਨੋਂ ਦੀ ਡੈਥ ਹੋ ਗਈ। ਉਹ ਰੋ ਰਿਹਾ ਸੀ, ਕਹਿੰਦੇ ਇਹ ਕਿਉਂ ਰੋ ਰਿਹਾ? ਮਹਾਰਾਜ ਉੱਥੇ ਗਏ ਸੀ ਸਤਸੰਗ 'ਚ, ਤੇ ਕਹਿੰਦੇ ਇਹਨਾਂ ਦੇ ਇਹ ਤਾਂ ਅਨਾਥ ਆ। ਤੇ ਮਹਾਰਾਜ ਕਹਿੰਦੇ ਨਹੀਂ ਭਾਈ ਇਹ ਅਨਾਥ ਆ, ਇਹਨੂੰ ਸਾਡੇ ਨਾਲ ਤੋੜ ਦਿਓ। ਸਾਡੇ ਨਾਲ ਉਹਨੂੰ ਲੈ ਕੇ ਆਏ ਔਰ ਉਹਨਾਂ ਦੇ ਨਾਲ ਆਪਣੀ ਬੇਟੀ ਦਾ ਵੀ ਵਿਆਹ ਕੀਤਾ, ਔਰ ਨਾਲੇ ਜਿਹੜਾ ਹੈਗਾ ਉਹਨਾਂ ਨੂੰ ਗੁਰਗੱਦੀ ਵੀ ਦਿੱਤੀ। ਹਾਂਜੀ ਵੀਰ ਜੀ। ਹਾਂ ਦੇਖ ਲਓ ਜੀ ਸਾਧ ਸੰਗਤ ਜੀ, ਇਹ ਸਮਦ੍ਰਿਸ਼ਟੀ ਹੈ ਜੀ।
ਹੁਣ ਅੱਜ ਆਪਾਂ ਬਾਣੀ ਸ਼ੁਰੂ ਕਰਦੇ ਹਾਂ। ਕਹਿੰਦੇ ਅਤੁਕ ਬੋਲੋ ਜਿਸ ਤੁਸੀਂ ਤੁਸ ਦਿੱਤਾ, ਖੁਸ਼ ਹੋ ਕੇ ਤੁਸ ਦਿੱਤੀ ਪੂਰੇ ਸਤਿਗੁਰੂ। ਇਹ ਵਡਿਆਈ ਜਿਹੜੀ ਗੁਰੂ ਨੂੰ ਮਿਲੀ ਹੈ ਕਿੱਥੋਂ ਦਿੱਤੀ, ਕਿਹਨੇ ਦਿੱਤੀ ਹੈ? ਪੂਰੇ ਸਤਿਗੁਰੂ ਤੋਂ ਮਿਲੀ ਹੈ ਭਾਈ। ਘਟੇ ਨਹੀਂ ਇੱਕ ਤਿਲ ਕਿਸੇ ਦੀ ਘਟਾਈ, ਇਹ ਘਟ ਨਹੀਂ ਸਕਦੀ, ਚਾਹੇ ਜੋ ਮਰਜੀ ਜਿਹੜਾ ਮਰਜੀ ਜ਼ੋਰ ਲਾ ਲਿਆ ਆਪਣਾ। ਹਾਂ ਠੀਕ ਹੈ ਜੀ। ਉੱਪਰਲੀ ਤੋਂ ਫਿਰ ਬੋਲ ਦੋ, ਅੰਤਰ ਹਰ ਗੁਰ ਧਿਆਇਆ। ਹਾਂ, ਧਿਆਨ ਦਾ ਜਿਹੜਾ ਗੁਰੂ ਕੀ ਕਰਦਾ ਹੈ? ਕਹਿੰਦੇ ਇਹ ਵਡਿਆਈ ਕਿੱਥੋਂ ਆ ਗਈ? ਕਹਿੰਦੇ ਉਹ ਅੰਦਰ ਆਪਣੇ ਗੁਰੂ ਨੂੰ ਧਿਆਉਂਦਾ ਹੈ, ਪਰਮੇਸ਼ਰ ਨੂੰ ਧਿਆਉਂਦਾ ਹੈ। ਅੰਤਰ ਹਰ ਹਰੀ ਨੂੰ ਧਿਆਉਂਦਾ ਹੈ, ਉਹਦੇ ਅੰਦਰ ਹਰੀ ਪ੍ਰਗਟ ਆ। ਅੰਤਰ ਹਰ ਗੁਰੂ ਧਿਆਉਂਦਾ, ਗੁਰੂ ਧਿਆਉਂਦਾ ਹੈ। ਵੱਡੀ ਵਡਿਆਈ ਤਾਂ ਉਹਦੀ ਵੱਡੀ ਵਡਿਆਈ ਹੋਈ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਹੁਣ ਜਿਨ੍ਹਾਂ ਨੇ ਅੰਤਰ ਧਿਆਇਆ ਹੈ ਰੱਬ ਨੂੰ, ਜਿਹੜੇ ਅੰਦਰੋਂ ਰੱਬ ਨਾਲ ਜੁੜੇ ਹੋਏ ਨੇ, ਤੇ ਫਿਰ ਉਹਦੀ ਕੀ ਪਛਾਣ ਹੈ? ਕਿ ਉਹ ਕਹਿੰਦੇ ਆ ਕਿ ਜਿੱਦਣ ਤੁਹਾਡੇ ਬੋਲ, ਤੁਹਾਡੀ ਜ਼ੁਬਾਨ ਤੇ ਜੋ ਕੁਝ ਹੈਗਾ ਹੈ, ਤੇ ਜੇਕਰ ਉਹ ਤੁਹਾਡੇ ਅੰਦਰ ਵੀ ਹੈ ਤੇ ਸਮਝ ਲਓ ਤੁਸੀਂ ਕਿਸੇ ਜਗ੍ਹਾ ਤੇ ਪਹੁੰਚ ਗਏ। ਕਿਉਂਕਿ ਬਾਣੀ 'ਚ ਵੀ ਇੱਕ ਤੁਕ ਆਉਂਦੀ ਹੈ ਕਿਸੇ ਤੇ ਕਾਂਡੇ ਕੱਚਿਆਂ ਤੇ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਪੈ ਗਿਆ ਨਾ ਪੰਗਾ। ਉੱਥੇ ਕਹਿੰਦੇ ਆ ਕਿ ਜਿਹੜੇ ਅੰਦਰੋਂ ਕੁਝ ਹੋਰ ਨੇ, ਬਾਹਰੋਂ ਬਹੁਤ ਸੱਭਿਅਕ ਨਜ਼ਰ ਆਉਂਦੇ ਨੇ, ਬੜੇ ਉਹ ਵੈਰੀ ਗੁੱਡ ਮੇਕਅਪ, ਬਹੁਤ ਪਿਆਰੀ ਜ਼ੁਬਾਨ, ਬਹੁਤ ਮਿੱਠੇ ਬੋਲਦੇ, ਰੱਬ ਦੀਆਂ ਗੱਲਾਂ ਕਰਦੇ ਨੇ, ਪਰ ਅੰਦਰ ਉਹ ਕਹਿੰਦੇ ਬੰਗਲੇ ਵਰਗੀ ਬਿਰਤੀ। ਫਿਰ ਕਹਿੰਦੇ ਗੜਬੜ ਹੈ। ਐਸੇ ਬੰਦੇ ਦੇ ਲਾਗੇ ਬਹਿ ਕੇ ਤੁਹਾਨੂੰ ਕੁਛ ਵੀ ਨਹੀਂ ਪ੍ਰਾਪਤ ਹੋਣਾ। ਬਾਣੀ ਤੇ ਉਹ ਕਹਿ ਰਹੀ ਹੈ ਜੀ। ਦੇਖੋ ਹੁਣ ਇੱਥੇ ਦੇਖੋ, ਉਹ ਕਹਿ ਰਹੇ ਨੇ ਕਿ ਜਿੱਥੇ ਜਿਹੜਾ ਬੰਦਾ ਅੰਦਰੋਂ ਜੁੜ ਗਿਆ ਹੈ, ਜਿਹਨੇ ਰੱਬ ਨੂੰ ਧਿਆ ਲਿਆ ਹੈ, ਉਹ ਜਿਹੜਾ ਰੱਬ ਦੇ ਵਿੱਚ ਇੱਕ ਮਿੱਕ ਹੋ ਗਿਆ ਹੈ, ਉਹਦੀ ਵੱਡੀ ਵਡਿਆਈ ਹੈ। ਬਹੁਤ ਵੱਡੀ ਗੱਲ ਹੋ ਗਈ ਹੈ। ਬਿਲਕੁਲ ਉਹਦੀ ਵਡਿਆਈ ਤੁਸੀਂ ਮਾਪ ਨਹੀਂ ਸਕਦੇ, ਕਿਉਂਕਿ ਉਹਨੇ ਐਸਾ ਕੰਮ ਕਰ ਦਿੱਤਾ ਜਿਹੜਾ ਪੋਸੀਬਲ ਹੀ ਨਹੀਂ ਹੈ। ਉਹਦੇ ਨਾਲ ਇੱਕ ਛੋਟੀ ਬਾਜ਼ਾਰ ਤੇ ਆ, ਇਹ ਮੇਰੀ ਜਾਂ ਨਿੱਜਰ ਸਾਹਿਬ ਨੇ ਥੋੜੀ ਪਾਈ ਹੈ ਕਿ ਜਿਹੜੀ 5-10 ਮਿੰਟ ਚ ਸੁਲਝ ਜਾਣੀ ਆ। ਇਹ ਬ੍ਰਹਮ ਨੇ ਪਾਈ ਹੈ, ਪ੍ਰਮਾਤਮਾ ਨੇ ਪਾਈ ਹੈ ਬੁਝਾਰਤ। ਬਹੁਤ ਵੱਡਾ ਔਖਾ ਸਵਾਲ ਹੈ। ਉਹ ਬ੍ਰਹਮ ਜਿਹੜਾ ਹੈਗਾ ਉਹਨਾਂ ਦੇ ਨਾਲ ਆ, ਬ੍ਰਹਮ ਉਹਨਾਂ ਦੇ ਨਾਲ ਆ, ਕੋਈ ਕੀ ਕਰ ਸਕਦਾ ਹੈ। ਹਾਂ, ਤੇ ਉਹ ਬ੍ਰਹਮ ਦੇ ਇੱਕ ਮਿੱਕ ਹੋ ਗਏ ਤੇ ਬ੍ਰਹਮ ਤੇ ਫਿਰ ਬ੍ਰਹਮ ਦੇ ਨਾਲ ਹੀ ਉਹ ਜੁੜ ਗਏ ਨੇ ਹੁਣ, ਤੇ ਔਰ ਬ੍ਰਹਮ ਦੇ ਵਿੱਚ ਹੀ ਉਹ ਆਪਣਾ ਜੀਵਨ ਬਤੀਤ ਕਰਦੇ ਨੇ, ਬ੍ਰਹਮ ਚ ਹੀ ਰਹਿੰਦੇ ਨੇ। ਬਹੁਤ ਵੱਡੀ ਗੱਲ ਹੋ ਗਈ ਜੀ। ਅਗਲੇ ਬੰਨੇ ਬੋਲੋ ਨਿਜਰ ਸਾਹਿਬ। ਸੱਚ ਸਾਹਿਬ ਸਤਿਗੁਰੂ ਕੇ ਵੱਲ ਹੈ। ਲਓ ਦੇਖ ਲਓ, ਕਹਿੰਦੇ ਉਹ ਸੱਚਾ ਸਾਹਿਬ ਪਰਮਾਤਮਾ ਹਮੇਸ਼ਾ ਰਹਿਣ ਵਾਲਾ, ਉਹ ਸਤਿਗੁਰੂ ਦੇ ਵੱਲ ਆ। ਤਾਂ ਝੱਕ ਮਰੇ ਸਭ ਲੁਕਾਈ, ਜੋ ਮਰਜ਼ੀ ਕਰ, ਸਾਰੀ ਦੁਨੀਆ ਸਾਰੀ ਲੁਕਾਈ ਜਿਹੜੀ ਇੱਕ ਪਾਸਿਓਂ ਜਿਹੜੀ ਆ ਉਹ ਸਤਿਗੁਰੂ ਦੀ ਨਿੰਦਾ ਕਰਨ ਲੱਗ ਜਾਏ ਤੇ ਭਾਈ ਉਹ ਨਹੀਂ ਕਰ ਸਕਦੀ। ਸਾਰੀ ਲੁਕਾਈ ਕਹਿੰਦੇ ਝੱਕ ਮਰੇ ਸਭ ਲੁਕਾਈ। ਆਹ ਦੇਖ ਲਓ ਭਾਈ ਬ੍ਰਹਮ ਗਿਆਨੀ। ਹਾਂਜੀ ਵੀਰ ਜੀ। ਹਾਂਜੀ ਫਿਰ ਕਹਿੰਦੇ ਕਿ ਸੱਚ ਸਤਿਗੁਰ ਕੀ ਉਹਨਾਂ ਦੇ ਨਾਲ ਆ, ਪਰਮਾਤਮਾ ਸੱਚ ਸਾਹਿਬ, ਪਰਮਾਤਮਾ ਸੱਚਾ ਸਾਹਿਬ ਉਹਨਾਂ ਦੇ ਨਾਲ ਆ, ਗੁਰੂ ਦੇ। ਹਾਂ, ਤੇ ਫਿਰ ਉਹ ਦੂਜੇ ਲੋਕ ਕੀ ਉਹਦੀ ਬੁਰਾਈ ਕਰ ਸਕਦੇ ਆ? ਤੇ ਗੁਰੂ ਕੌਣ ਹੈ? ਗੁਰੂ ਦਾ ਮਤਲਬ ਕੋਈ ਵੀ ਬੰਦਾ ਜਿਹੜਾ ਧਰਮ ਦੇ ਆਖਰੀ ਡੰਡੇ ਨੂੰ ਛੂਹ ਲੈਂਦਾ ਹੈ, ਜੋ ਸੱਚ ਦੇ ਰੂਪ ਨੂੰ ਦੇਖ ਲੈਂਦਾ ਹੈ, ਜੋ ਮਨ ਨੂੰ ਉਹਦੇ ਰੂਪ ਚ ਪਛਾਣ ਲੈਂਦਾ ਹੈ, ਜੋ ਬੁੱਧੀ ਨੂੰ ਉਹਦੇ ਰੂਪ ਚ ਪਛਾਣ ਲੈਂਦਾ ਹੈ, ਜੋ ਆਤਮਾ ਨੂੰ ਜਾਣ ਲੈਂਦਾ ਹੈ, ਜੋ ਜਾਣ ਲੈਂਦਾ ਕਿ ਮੈਂ ਕੌਣ ਆ। ਇਹ ਸਾਰੇ ਸਵਾਲ ਨੇ, ਬੜੇ ਲੌਜੀਕਲੀ ਬੜੇ ਟਫ ਸਵਾਲ ਨੇ, ਇੱਕ ਈਜ਼ੀ ਸਵਾਲ ਨਹੀਂ ਹੈ। ਉਹ ਸੱਚ ਨੂੰ ਉਸ ਦੇ ਰੂਪ ਚ ਦੇਖ ਲੈਂਦਾ ਹੈ। ਆਪ ਸਮਝਦੇ ਮੇਰੀ ਗੱਲ? ਜੋ ਹੈਗਾ ਹੈ ਨਾ ਉਹਨੂੰ ਦੇਖ ਲੈਂਦਾ ਉਹ। ਆਪਾਂ ਨਹੀਂ ਦੇਖਦੇ, ਆਪਾਂ ਪਲੱਸ ਮਾਈਨਸ ਕਰਦੇ ਹਾਂ। ਤੁਸੀਂ ਕੀ ਮੈਂ ਆਪਾਂ ਸਾਰੇ ਬੈਠੇ ਹਾਂ, ਮੇਰੇ ਹਿਸਾਬ ਨਾਲ ਅੱਜ ਚੋਂ 80-90% ਤਾਂ ਆਪਾਂ ਸਭ ਮੈਰਿਡ ਹੈ। ਕੀ ਤੁਸੀਂ ਆਪਣੀ ਪਤਨੀ ਨੂੰ ਜਾਣਦੇ ਜੋ? ਤੁਸੀਂ ਆਪਣੇ ਪਤੀ ਨੂੰ ਜਾਣਦੇ ਜੋ? ਸਾਰੀ ਜ਼ਿੰਦਗੀ ਉਹਦੇ ਨਾਲ ਬਿਤਾਈ ਹੈ? ਤੁਸੀਂ ਨਹੀਂ ਜਾਣਦੇ। ਤੇ ਇਹ ਜਾਣਦਾ ਨਹੀਂ ਜੈਸਾ ਤੁਸੀਂ ਜਾਣਦੇ ਜੋ? ਨਾ ਨਹੀਂ, ਮੁਸ਼ਕਿਲ ਹੈ। ਪਰ ਉਹ ਬ੍ਰਹਮ ਗਿਆਨੀ ਰੱਬ ਨੂੰ ਜਾਣਦਾ ਹੈ। ਕਿਉਂ ਜਾਣ ਲੈਂਦਾ ਹੈ? ਉਹਨੇ ਉਸ ਪਾਰਸ ਦੀ ਸ਼ਰਨ ਵਿੱਚ ਆਪਣੀ ਸੁਰਤੀ ਇਕਾਗਰ ਕਰ ਲਈ ਆ, ਤੇ ਸਮ ਦ੍ਰਿਸ਼ਟੀ ਉਹਨੂੰ ਮਿਲ ਗਈ ਆ, ਔਰ ਕੋ ਸਮ ਬੁੱਧੀ ਆ। ਉਹ
ਉਹਨੂੰ ਪਤਾ ਲੱਗ ਗਿਆ ਕਿ ਸੰਸਾਰ ਕੀ ਆਤਮਾ ਹੈ, ਇਹ ਜਿਹੜੀ ਸੰਸਾਰ ਦੇ ਵਿੱਚ ਜਿਹੜੀ ਦ੍ਰਿਸ਼ਟਮਾਨ ਹੈ ਇਹ ਮਾਇਆ ਹੈ, ਔਰ ਇਹਦੇ ਪਿੱਛੇ ਜਿਹੜੀ ਹੋਂਦ ਬਣਾਉਣ ਵਾਲੀ ਸ਼ਕਤੀ ਹੈ ਪੁਰਸ਼। ਹੁਣ ਆਹ ਗੱਲਾਂ ਤੇ 2 ਮਿੰਟ 'ਚ ਮੈਂ ਬੋਲਤੀਆਂ, ਪਰ ਇਹ ਅਸਲ 'ਚ ਅਨੁਭਵ ਨਹੀਂ ਸਾਡਾ। ਪਰ ਇਹ ਜਦੋਂ ਅਨੁਭਵ ਸਾਡਾ ਬਣਦਾ ਹੈ, ਜਦੋਂ ਸਾਡੀ ਸੁਰਤੀ ਜਿਹੜੀ ਆ ਉਹ ਸਟਾਪ ਹੋ ਜਾਂਦੀ ਹੈ, ਉਦੋਂ ਤੁਹਾਡੇ ਜਿਹੜੀ ਜ਼ੁਬਾਨ ਹੈ ਤੇ ਤੁਹਾਡੇ ਅੰਦਰ ਇੱਕ ਹੋ ਜਾਣਾ ਹੈ, ਉਹ ਫਰਕ ਨਹੀਂ ਰਹਿ ਜਾਣਾ। ਕਿਉਂਕਿ ਆਤਮਾ ਦੇ ਵਿੱਚ ਉੱਥੇ 2 ਨਹੀਂ ਹੈਗੇ। ਹਾਂ, ਜਿਹੜੀ ਮਾਇਆ ਹੈਗੀ, ਮਾਇਆ 'ਚ 2 ਆ। ਮਾਇਆ ਦੇ ਵਿੱਚ ਕੀ ਹੈ ਕਿ ਦੋਹਰਾ ਭਾਵ ਆ, ਇਹ ਸੰਸਾਰ ਦੀ ਭਾਸ਼ਾ ਬੋਲਦੇ ਆ। ਪਰ ਜਦੋਂ ਤੁਸੀਂ ਆਤਮਾ ਨੂੰ ਅਨੁਭਵ ਕਰ ਲਿਆ ਨਾ, ਤੇ ਫਿਰ ਸੰਸਾਰ ਦਾ ਜਿਹੜਾ ਅਸਲੀ ਰੂਪ ਹੈ ਨਿਜ ਸਭ ਪ੍ਰਗਟ ਹੋ ਕੇ ਤੁਹਾਡੇ ਸਾਹਮਣੇ ਆ ਜਾਣਾ। ਬਾਣੀ 'ਚ ਵੀ ਕਿਹਾ, ਜਬ ਜਾਣਾ ਤਬ ਹੀ ਮਾਨਾ। ਉਹਨਾਂ ਚਿਰ ਮੰਨਦਾ ਨਹੀਂ ਜੇ, ਬਿਲਕੁਲ ਨਹੀਂ ਮੰਨੇਗਾ। ਔਰ ਖਾਸ ਕਰਕੇ ਤੁਹਾਨੂੰ ਕਿਸੇ ਬਾਬੇ ਨੇ, ਕਿਤੇ ਕਥਾਵਾਚਕ ਨੇ ਕਹਿਤਾ ਕਿ ਤੂੰ ਆਤਮਾ ਹੈ, ਨਹੀਂ ਮੰਨੇਗਾ ਉਹ। ਨਹੀਂ, ਕਿੱਥੇ ਮੰਨਦਾ? ਤੁਸੀਂ ਕਹਿ ਲਓ ਕਿ ਮੈਂ ਆਤਮਾ ਹੈ, ਮੰਨਦਾ ਹੈ? ਉਹ ਕਹਿੰਦੇ ਜਬ ਜਾਣਾ ਤਬ ਹੀ ਮਾਨਾ। ਹਾਂ, ਜਬ ਜਾਣਿਆ ਤਾਂ ਮਨ ਮਾਨਿਆ। ਮਨ ਮੰਨ ਜਾਂਦਾ ਭਾਈ। ਹਾਂ, ਮਨ ਮੰਨ ਜਾਂਦਾ ਹੈ, ਉਹਨਾਂ ਚਿਰ ਮੰਨਦਾ ਹੀ ਨਹੀਂ ਆ। ਔਰ ਜਿੱਦਣ ਮਨ ਮੰਨ ਗਿਆ ਤੇ ਫਿਰ ਦੁਨੀਆ ਨੂੰ ਦੱਸਣ ਦੀ ਲੋੜ ਨਹੀਂ ਹੈ ਕਿ ਮੈਂ ਜਾਣ ਲਿਆ। ਉਹ ਤਾਂ ਤੁਹਾਡਾ ਗਿਆਨ ਹੈ। ਉਹ ਅਸਲ 'ਚ ਲੋਕੀ ਤੇ ਹੁਣ ਪਤਾ ਨਹੀਂ ਕਿੱਦਾਂ ਬਣਾ ਦਿੰਦੇ ਨੇ। ਬਸ ਇੰਨਾ ਪਤਾ ਲੱਗ ਗਿਆ ਕਿ ਮੈਂ ਇਹ ਗੇਮ 'ਚੋਂ ਬਾਹਰ ਆ ਗਿਆ, ਖਤਮ। ਮੈਂ ਜਿਹੜਾ ਉਹ ਕੰਮ ਕਰਨਾ ਸੀ ਉਹ ਮੈਂ ਕਰਤਾ। ਐਸੀ ਮਰਨੀ ਜੋ ਮਰੇ, ਮੈਂ ਉਹ ਆਖਰੀ ਮੌਤ, ਸਟਾਪ, ਫਿਨਿਸ਼। ਹੁਣ ਜਿੱਦਾਂ ਇੱਕ ਬੂੰਦ ਆ, ਜਦੋਂ ਸਾਗਰ 'ਚ ਗਈ, ਸਾਗਰ ਦਾ ਰੂਪ ਹੋ ਗਿਆ। ਹੁਣ ਦੁਬਾਰਾ ਹੋਰ ਬੂੰਦਾਂ ਉਹ 'ਚ ਆਉਣਗੀਆਂ, ਪਰ ਜਿਹੜੀ ਬੂੰਦ ਅੰਦਰ ਗਈ ਨਿੱਜਾ ਸਾਹਿਬ, ਉਹ ਦੁਬਾਰਾ ਵਾਪਸ ਨਹੀਂ ਆ ਸਕਦੀ। ਉੱਥੇ ਬ੍ਰਹਮ ਲੀਨ ਹੋ ਗਈ ਨਾ, ਉਹ ਬ੍ਰਹਮ ਦੇ ਵਿੱਚ ਚਲ ਗਈ। ਠੀਕ ਹੈ ਜੀ। ਆਖਰ ਦੇ ਵਿੱਚ ਜਦੋਂ ਅਸੀਂ ਉਹਨੂੰ ਜਾਣ ਲਿਆ, ਉਹਨੂੰ ਜਾਣਨਾ ਹੈ, ਉਹਨੂੰ ਦੇਖਣਾ ਹੈ, ਫਿਰ ਉਹਨੂੰ ਸਮਝਣਾ ਹੈ ਉਹ ਸੱਚ ਨੂੰ। ਕਿਉਂਕਿ ਜਦ ਤੱਕ ਪਹਿਲਾਂ ਜਾਣਦੇ ਨਹੀਂ, ਫਿਰ ਉਹਨੂੰ ਦੇਖਣਾ ਕਿੱਥੋਂ ਆ? ਫਿਰ ਉਹਨੂੰ ਜਾਣਾਂਗੇ, ਉਹਨੂੰ ਦੇਖਾਂਗੇ, ਉਹ ਆਤਮਾ ਤੱਤ ਕੀ ਹੈ। ਫਿਰ ਬਾਰ-ਬਾਰ ਉਹਦੇ ਵਿੱਚ ਜਾਣਾ ਹੈ, ਫਿਰ ਹੌਲੀ-ਹੌਲੀ ਕਰਕੇ ਉਹਦਾ ਰੰਗ ਤੁਹਾਡੇ ਤੇ ਚੜ੍ਹਨਾ ਹੈ। ਔਰ ਇੱਕ ਸਮਾਂ ਆਊਗਾ, ਇੰਨਾ ਰੰਗ ਚੜ੍ਹ ਜਾਊਗਾ, ਰਾਮ ਕਬੀਰਾ ਏਕ ਭਏ ਤੇ ਕੋਈ ਨਾ ਛਕੇ ਪਛਾਣੀ। ਕੋਈ ਨਹੀਂ ਪਤਾ ਲੱਗਣਾ, ਕਿਉਂਕਿ ਰਾਮ ਤੇ ਕਬੀਰ ਇੱਕ ਹੋ ਗਏ। ਹੁਣ ਕਿੱਦਾਂ ਇੱਕ ਹੋ ਗਏ, ਇਹ ਬੜਾ ਸਵਾਲ ਹੈ। ਪਤਾ ਹੈ ਤੁਹਾਨੂੰ ਕਿਸੇ ਨੂੰ ਇੱਕ ਹੋਣ ਨਾਲ ਕਿਹਨੂੰ ਕਹਿੰਦੇ? ਦੇਖੋ, ਇੱਕ ਸ਼ੁੱਧ ਸੋਨਾ ਹੈ, ਇੱਕ ਸੋਨਾ ਮੈਲ ਦੇ ਵਿੱਚ ਭਰਿਆ, ਉਹ 'ਚ ਮਿਲਾਵਟ ਹੈ, ਪਿੱਤਲ ਹੈ, ਤਾਂਬਾ ਹੈ। ਹੁਣ ਜਿਹੜਾ ਸ਼ੁੱਧ ਆ ਤੇ ਜਿਹੜਾ ਅਸ਼ੁੱਧ ਆ, ਹੈ ਤੇ ਦੋਵੇਂ ਸੋਨੇ, ਪਰ ਸ਼ੁੱਧ ਜਿਹੜਾ ਹੈ ਨਾ ਉਹ ਇੱਕ ਅਲੱਗ ਲੈਵਲ ਦਾ ਹੈ, ਤੇ ਜਿਹੜਾ ਅਸ਼ੁੱਧ ਆ ਉਹ ਹਜੇ ਉਹਦੇ 'ਚ ਮਿਲਾਵਟ ਆ। ਹੁਣ ਜਿੱਦਾਂ ਮੇਰੇ 'ਚ ਕਾਮ ਦੀ ਆ, ਕ੍ਰੋਧ ਦੀ ਆ, ਲੋਭ ਦੀ ਆ, ਮੋਹ ਦੀ, ਹੰਕਾਰ ਦੀ, ਇਹ ਮਿਲਾਵਟ ਹੈਗੀ ਮੇਰੇ 'ਚ। ਹੁਣ ਮੇਰਾ ਜਿਹੜੀ ਹੋਂਦ ਬਣੀ ਹੈ ਇਹਨਾਂ ਦੇ ਨਾਲ ਬਣੀ ਹੈ। ਹੁਣ ਜਿਵੇਂ ਜਿਵੇਂ ਤੁਸੀਂ ਭਗਤੀ ਕੀਤੀ, ਤਿਵੇਂ ਤਿਵੇਂ ਤੁਹਾਡੇ ਅੰਦਰ ਨਾ ਗਿਆਨ ਦਾ ਪ੍ਰਕਾਸ਼ ਵਧਣਾ ਹੈ। ਜਿੱਦਾਂ ਪਹਿਲਾਂ ਵੀ ਵਿਚਾਰ ਕੀਤੀ ਸੀ ਕਿ ਬਲਬ ਦੇ ਉੱਤੇ ਧੂਲ ਮਿੱਟੀ ਜੰਮ ਗਈ, ਇਸ ਕਰਕੇ ਬਲਬ ਜਿਹੜਾ ਹੈ ਉਹ ਪ੍ਰਕਾਸ਼ ਤੇ ਦੇ ਰਿਹਾ ਹੈ, ਪਰ ਉਹਨਾਂ ਨਹੀਂ ਦੇ ਰਿਹਾ ਕਿ ਜਿਹਦੇ ਨਾਲ ਚੀਜ਼ਾਂ ਤੁਹਾਨੂੰ ਪ੍ਰੋਪਰਲੀ ਦਿਖਾਈ ਦੇਣ। ਚਾਨਣ ਘਟ ਗਿਆ ਉਹਦਾ। ਹੁਣ ਜਦੋਂ ਤੁਸੀਂ ਬਾਰ-ਬਾਰ ਭਗਤੀ ਕੀਤੀ, ਹਰ ਦਿਨ ਬਾਣੀ ਕਹਿੰਦੀ ਨਿਤ ਜਪੀਏ ਸਾਸ ਗਿਰਾਸ, ਨਾਮ ਪਰਬਤਗਾਰ ਦਾ ਨਿਤ ਜਪੀ ਜਾਣਾ ਹੈ, ਜਪੀ ਜਾਣਾ ਹੈ, ਜਪੀ ਜਾਣਾ ਹੈ, ਜਪੀ ਜਾਣਾ। ਇੱਕ ਸਮਾਂ ਆਊਗਾ ਜਦੋਂ ਤੁਸੀਂ ਬਿਲਕੁਲ ਉਹਦੇ ਵਰਗਾ ਹੀ ਹੋ ਜਾਣਾ। ਫਿਰ ਕਬੀਰ ਸਾਹਿਬ ਜੀ ਦੀ ਜਿਹੜੀ ਬਾਣੀ ਆ, ਤੁਸੀਂ ਉਹਨੂੰ ਪੜ੍ਹ ਲਿਓ ਤੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਕਬੀਰ ਸਾਹਿਬ ਕੀ ਕਹਿ ਗਏ। ਰਾਮ ਕਬੀਰਾ ਏਕ ਭਏ ਤੇ ਕੋਈ ਨਾ ਸਕੇ ਪਛਾਣੀ। ਇੱਕ ਸ਼ੁੱਧ ਸੋਨਾ ਸੀ, ਇੱਕ ਅਸ਼ੁੱਧ ਸੋਨਾ ਸੀ। ਜਿਹੜਾ ਅਸ਼ੁੱਧ ਨੂੰ ਜਦੋਂ ਭੱਠੀ ਦੇ ਵਿੱਚ ਪਾਇਆ, ਉਹਦੇ 'ਚ ਜਿਹੜੀ ਮਿਲਾਵਟ ਨੂੰ ਸਾੜ ਦਿੱਤਾ ਗਿਆ, ਤੇ ਫਿਰ ਉਹ ਸ਼ੁੱਧ ਹੀ ਹੋ ਗਿਆ, ਦੋਨੋਂ ਬਰਾਬਰ ਹੋ ਗਏ। ਆਖਰ ਤੇ ਜਿਹੜੀ ਸਾਨੂੰ ਮੁਕਤੀ ਮਿਲਣੀ ਹੈ ਉਹ ਸਾਡੇ ਔਗਣਾਂ ਤੋਂ ਮਿਲਣੀ ਹੈ। ਆਪ ਪਲੀਜ਼ ਅੰਡਰਸਟੈਂਡ ਕਰੋ। ਕੋਈ ਜਨਮ ਜੁਨਮ ਦੀਆਂ ਗੱਲਾਂ 'ਚ ਨਾ ਪਾਓ ਤੁਸੀਂ, ਉਹ ਇੱਕ ਵੱਡਾ ਮੈਟਰ ਆ ਤੇ ਉਹ ਉੱਥੇ ਅਜੇ ਨਾ ਪਹੁੰਚੋ। ਸਭ ਤੋਂ ਪਹਿਲਾਂ ਤੇ ਆਪਾਂ ਖੋਟ ਦੀ ਗੱਲ ਕਰੀਏ, ਕਿਉਂਕਿ ਵਿਜ਼ੂਅਲ ਹੈਗੀ ਹੈ ਨਿੱਜਰ ਸਾਹਿਬ, ਉਹ ਦਿਖਦੀ ਹੈ। ਬਿਲਕੁਲ। ਕਿਉਂਕਿ ਜਿਹੜੀ ਚੀਜ਼ ਸੌਖੀ ਹੈ, ਮੈਂ ਗੱਲ ਕਰਾਂ ਕਿ ਬਿਲਕੁਲ ਕਲੋਜ਼ ਗੱਲ ਕਰਾਂ, ਮੈਂ ਐਵੇਂ ਹੀ ਰੱਬ ਦੀਆਂ ਗੱਲਾਂ ਕਰੀ ਜਾਵਾਂ, ਆਤਮਾ ਦੀਆਂ ਗੱਲਾਂ ਕਰੀ ਜਾਵਾਂ, ਉਹ ਗੱਲਾਂ ਨਿੱਜਰ ਸਾਹਿਬ ਥੋੜੀਆਂ ਪਰੇ ਦੀਆਂ ਗੱਲਾਂ ਨੇ। ਸਭ ਤੋਂ ਪਹਿਲਾਂ ਗੱਲਾਂ ਕਰੀਏ ਸਾਡੇ ਅੰਦਰ ਜੇ ਕੋਈ ਮਿਲਾਵਟ ਹੈਗੀ ਹੈ, ਉਹ ਹੈਗੀ ਜਾਂ ਨਹੀਂ ਹੈਗੀ। ਜੇ ਹੈਗੀ ਹੈ ਤੇ ਉਹਨੂੰ ਆਇਡੈਂਟੀਫਾਈ ਕਰੀਏ, ਕਿਉਂਕਿ ਮਿਲਾਵਟ ਦਾ ਪਤਾ ਲੱਗਣਾ ਬੜਾ ਜ਼ਰੂਰੀ ਆ। ਔਰ ਉਸ ਤੋਂ ਬਾਅਦ ਸਾਨੂੰ ਫਿਰ ਜਿਹੜੀ ਬਾਣੀ 'ਚ ਸਮਝਾ ਕੇ ਗਏ ਨੇ, ਉਹ ਕਹਿੰਦੇ ਮਿਲਾਵਟ ਨੂੰ ਦੂਰ ਕਰਨ ਦਾ ਇੱਕ ਤਰੀਕਾ ਹੈਗਾ, ਉਹ ਹੈ ਭਗਤੀ।
ਕਿ ਆਪਣੇ ਜੀਵਨ ਚੋਂ ਕੁਝ ਘੰਟੇ ਕੁਝ ਮਿੰਟ ਕੱਢ ਕੇ ਤੂੰ ਉਸ ਟਾਈਮ ਤੂੰ ਸੰਸਾਰ ਤੋਂ ਆਪਣੇ ਆਪ ਨੂੰ ਅਲੱਗ ਕਰ ਲਾ ਤੇ ਆਪਣੇ ਆਪ ਨਾਲ ਆਸਣ ਲਾ ਕੇ ਬਹਿ ਜਾ, ਕਿਉਂਕਿ ਕੁਛ ਬਰੀਕੀ ਦਾ ਕੰਮ ਕਰਨਾ ਵਾ ਔਰ ਇੱਥੇ ਕਿਸੇ ਦੂਜੇ ਬੰਦੇ ਦਾ ਕੰਮ ਨਹੀਂ ਆ। ਵੈਸੇ ਧਰਮ ਅੱਜ ਕੱਲ੍ਹ ਦਿਖਾਵੇ ਦਾ ਵਿਸ਼ਾ ਹੈ, ਮਤਲਬ ਲੋਕਾਂ ਨੂੰ ਦਿਖਾਉਣ ਡੈ ਪਏ ਆਪਾਂ, ਪਰ ਇਹ ਤੇ ਬੜਾ ਨਿੱਜੀ ਸੀ, ਬੜਾ ਪਰਸਨਲ ਸੀ, ਕਿਸੇ ਦਾ ਕੋਈ ਲੈਣਾ ਦੇਣਾ ਨਹੀਂ ਆ। ਇਹ ਤੁਹਾਡਾ ਇੱਕ ਆਪਣੀ ਹੋਂਦ ਆ। ਜਿੱਦਾਂ ਉੱਥੇ ਗਿਆ ਸੀ ਨਾ ਰਾਜਾ, ਤੇ ਉਹ ਸੰਤ ਨੂੰ ਪੁੱਛਦਾ ਸੀ ਕਿ ਇਹ ਜਿਹੜੀ ਵਿੱਚ ਜਗ੍ਹਾ ਹੈ, ਤੁਸੀਂ ਸਾਰਾ ਮੈਨੂੰ ਆਸ਼ਰਮ ਦਿਖਾਇਆ ਹੈ, ਇਹ ਜਗ੍ਹਾ ਤੇ ਤੁਸੀਂ ਕੀ ਕਰਦੇ ਜੋ, ਇਹਦੇ ਬਾਰੇ ਤੁਸੀਂ ਦੱਸਿਆ ਹੀ ਨਹੀਂ ਮੈਨੂੰ। ਉਹ ਕਹਿੰਦੇ ਕਿ ਮਹਾਰਾਜ ਇਹ ਐਸੀ ਜਗ੍ਹਾ ਹੈ, ਇੱਥੇ ਤਪੱਸਿਆ ਕਰਦੇ ਹਾਂ ਅਸੀਂ, ਇੱਥੇ ਸਭ ਕੁਝ ਬੰਦ ਕਰ ਦਿੰਦੇ ਹਾਂ, ਇੱਥੇ ਅਸੀਂ ਕੁਝ ਨਹੀਂ ਕਰਦੇ। We stop everything। ਇਸ ਕਰਕੇ ਜੀਵਨ ਦੇ ਵਿੱਚ ਤੁਸੀਂ ਆਪਣਾ ਸਮਾਂ ਕੱਢੋ, ਤੁਸੀਂ ਇੱਕ ਐਸਾ ਟਾਈਮ ਨਿਰਧਾਰਿਤ ਕਰੋ ਜਿੱਥੇ ਕੁਝ ਨਹੀਂ ਕਰਨਾ ਬੰਦ ਕਰਨਾ ਹੈ, ਕਿਉਂਕਿ ਕਾਫੀ ਟਾਈਮ ਤੋਂ ਕਰ ਰਹੇ ਹਾਂ ਆਪਾਂ, 1 ਮਿੰਟ 'ਚ ਬੰਦ ਨਹੀਂ ਹੋਣਾ। ਕਈ ਲੋਕ ਸੋਚਦੇ ਨਾ ਕਿ ਜਿਵੇਂ ਬੰਦਾ ਬੁੱਢਾ ਹੁੰਦਾ ਸੋਚਦਾ ਕਿ ਮੈਂ ਹੁਣੇ ਜਪਲਾ ਤੇ ਕੰਮ ਬਣ ਜੂ, ਕਿਉਂਕਿ ਮਨ ਤੇ ਪਹਿਲਾਂ ਹੀ ਬੜਾ ਚੰਚਲ ਹੋਇਆ ਪਿਆ ਸੀ, ਕਈ ਜਨਮਾਂ ਦੀ ਮੈਲ ਲੱਗੀ ਹੈ, ਤੇ ਉਹ ਹੁਣ ਤੁਸੀਂ ਇੱਥੇ ਹੁਣ ਪਤਾ ਨਹੀਂ ਕਿੰਨਾ ਜੀਵਨ ਤੁਸੀਂ ਇੱਥੇ ਬਤੀਤ ਕੀਤਾ, ਉਹਦੇ ਵਿੱਚ ਹੋਰ ਜਿਹੜੀ ਖੋਟ ਵਧੀ ਆ, ਘਟੀ ਨਹੀਂ ਆ। ਬਿਲਕੁਲ ਗੋਰਖੀ ਸਾਹਿਬ, ਜਦ ਪੂਰੇ ਟਾਈਮ ਤੁਸੀਂ ਆਪਾਂ ਕਹੀਏ ਬੁਢਾਪੇ 'ਚ ਕਰ ਲਾਂਗੇ ਤੇ ਜਵਾਨੀ ਦੇ ਵਿੱਚ ਤਾਂ ਆਪਾਂ ਪੂਰੇ ਲਿਬੜੀ ਜਾ ਰਹੇ ਹਾਂ ਮੈਲ ਦੇ ਨਾਲ ਹੋਰ ਜ਼ਿਆਦਾ, ਤੇ ਜਵਾਨੀ 'ਚ ਕਿਵੇਂ ਲਾ ਲਾਂਗੇ। ਹਾਂ ਹੁਣ ਇੱਕ ਚੀਜ਼ ਆ ਗੰਦੀ ਹੋਈ ਆ, ਉਹਨੂੰ ਸਾਫ਼ ਕਰਨਾ ਸੌਖਾ ਹੈ ਕਿ ਉਹਨੂੰ ਹੋਰ ਗੰਦੀ ਕਰਕੇ ਸਾਫ਼ ਕਰੀਏ ਤੇ ਉਹ ਸੌਖਾ। ਬਾਣੀ ਕਿਸੇ ਕਰੀਦੇ ਇਸੇ ਕਰਕੇ ਕਹਿੰਦੇ ਕਿ ਅਵਰ ਕਾਜ ਤੇਰੇ ਕਿਸੇ ਨਾ ਕਾਮ, ਕਿਤੇ ਨਾ ਕਾਮ। ਹਾਂਜੀ ਕਿਤੇ ਨਾ ਕਾਮ, ਕਿ ਕਿਤੇ ਤੂੰ ਆਪਣੇ ਆਪ ਨੂੰ ਕਨਫਿਊਜ਼ ਨਾ ਕਰ ਲਈ। ਮਿਲ ਸਾਧ ਸੰਗਤ, ਐਸੀ ਸੰਗਤ ਲੱਭ ਜਿੱਥੇ ਪਤਾ ਲੱਗ ਜੇ ਕਿ ਗਿਆਨ ਕਿੱਥੋਂ ਮੈਨੂੰ ਮਿਲੂਗਾ ਔਰ ਇਹਦਾ ਸੋਰਸ ਕੀ ਆ, ਔਰ ਇਹ ਸੰਗਤ ਕੀਤੀਆਂ ਫਿਰ ਤੈਨੂੰ ਪਤਾ ਲੱਗ ਜੂਗਾ, ਫਿਰ ਤੂੰ ਵਰਕ ਕਰੇਗਾ ਤੇ ਤੂੰ ਪਹੁੰਚ ਜਾਏਗਾ। ਜਿੱਦਾਂ ਤੂੰ ਇੱਕ ਡਾਕਟਰ ਬਣਨਾ ਹੈ, ਇੱਕ ਦਿਨ 'ਚ ਡਾਕਟਰ ਨਹੀਂ ਬਣ ਜਾਂਦਾ, ਤੈਨੂੰ ਮਿਹਨਤ ਕਰਨੀ ਪੈਂਦੀ ਹੈ, ਦਿਨ ਰਾਤ ਉਸ ਡਾਇਰੈਕਸ਼ਨ ਦੇ ਵੱਲ ਗਤੀ ਕਰਨੀ ਪੈਂਦੀ ਹੈ। ਇਸੇ ਤਰ੍ਹਾਂ ਹੀ ਆਤਮ ਗਿਆਨੀ ਵੀ ਬੰਦਾ 1 ਮਿੰਟ 'ਚ ਨਹੀਂ ਬਣਦਾ। ਜਿਹੜਾ ਰਾਜੇ ਜਨਕ ਦੀ ਗੱਲ ਚੱਲੀ ਸੀ ਨਾ, ਇੱਕ ਰਕਾਬ 'ਚ ਪੈਰ ਰੱਖਿਆ ਤੇ ਗਿਆਨ ਹੋ ਗਿਆ, ਉਹ ਗੱਲ ਨਾਲ ਮੈਂ ਐਗਰੀ ਨਹੀਂ ਆ। ਹਾਂ ਠੀਕ ਆ, ਉਹਨਾਂ ਨੂੰ ਇੰਨਾ ਪਤਾ ਲੱਗ ਗਿਆ ਹੋਊਗਾ ਕਿ ਗਿਆਨ ਕਿੱਦਾਂ ਪ੍ਰਾਪਤ ਹੋਣਾ। ਕੋਈ ਰਕਾਬ ਦੇ ਵਿੱਚ ਪੈਰ ਰੱਖਣ ਦੇ ਨਾਲ ਗਿਆਨ ਨਹੀਂ ਪ੍ਰਾਪਤ ਹੋ ਸਕਦਾ। ਕਿਉਂ ਨਹੀਂ ਹੋ ਸਕਦਾ? ਇਹ ਬਿਖਮ ਮਰ ਗਿਆ, ਇਹ ਤੁਹਾਡੇ ਜੀਵਨ ਦੇ ਨਾਲ ਜੁੜਿਆ ਹੋਇਆ ਹੈ, ਔਰ ਇਹ ਮਲੀਨਤਾ 1 ਮਿੰਟ 'ਚ ਦੂਰ ਨਹੀਂ ਹੋਣੀ, ਤੇ ਨਾ ਹੀ 1 ਮਿੰਟ 'ਚ ਚੜੀ ਹੈ। ਇਹ ਕੋਈ ਹੰਡੇਜਰ ਸਾਹਿਬ ਬਿਲਕੁਲ ਸਹੀ ਗੱਲ ਆ। ਇਹ ਪਤਾ ਲੱਗ ਗਿਆ ਹੋਣਾ ਭਾਈ ਬਈ ਧਿਆਨ ਸਿਮਰਨ ਕਰਨਾ ਪਊਗਾ, ਭਗਤੀ ਕਰਨੀ ਪਊਗੀ, ਆਪਣੀ ਹਉਮੈ ਦੂਰ ਕਰਨੀ ਪਊਗੀ, ਇੰਨਾ ਕੁ ਤਾਂ ਪਤਾ ਲੱਗ ਗਿਆ ਹੋਣਾ। ਹਾਂ ਮਨ ਦਾ ਪਤਾ ਲੱਗ ਗਿਆ ਕਿ ਮਨ ਇੱਕ ਚੀਜ਼ ਹੈ ਜਿਹੜੀ ਸਾਨੂੰ ਡਿਸਟਰਬ ਕਰ ਰਹੀ ਹੈ। ਹਾਂਜੀ ਨੇਜਰ ਸਾਹਿਬ ਅੱਗੇ ਚਲੋ। ਵੀਰ ਜੀ ਮਤਲਬ ਮੰਤਰ ਮਿਲ ਗਿਆ ਜੀ ਉਹਨੂੰ। ਮੰਤਰ, ਹਾਂ ਡਾਇਰੈਕਸ਼ਨ ਮਿਲ ਗਈ, ਇੱਕ ਉਪਦੇਸ਼ ਮਿਲ ਗਿਆ। ਹਾਂ ਡਾਇਰੈਕਸ਼ਨ ਕਹਿ ਲਓ, ਹਨਾ। ਬਿਲਕੁਲ। ਹੁਣ ਇੱਥੇ ਬਿਲਡਿੰਗ ਬਣਾਉਣੀ ਆ, ਇਹਨਾਂ ਪਤਾ ਲੱਗ ਗਿਆ ਕਿੱਥੇ ਬਿਲਡਿੰਗ ਬਣਨੀ ਆ, ਅਜੇ ਬਿਲਡਿੰਗ ਬਣੀ ਨਹੀਂ ਆ। ਬਿਲਕੁਲ। ਉਹ ਬਿਲਡਿੰਗ ਤੇ ਸੈਕੰਡ ਪ੍ਰੋਸੈਸ ਸੀ, ਅਜੇ ਇਹਨਾਂ ਖਿਆਲ ਆ ਗਿਆ, ਆਈਡੀਆ ਆ ਗਿਆ। ਠੀਕ ਹੈ ਜੀ। ਤੇ ਨਿੰਦਕਾਂ, ਹਾਂਜੀ ਅੱਗੇ ਬੋਲੋ। ਹਾਂਜੀ ਨਿੰਦਕਾਂ ਕੇ ਮੂੰਹ ਕਾਲੇ ਕਰੇ, ਹਰ ਕਰਤੇ ਆਪ ਵਧਾਈ। ਜਿਹੜੀ ਸਤਿਗੁਰੂ ਬ੍ਰਹਮ ਗਿਆਨੀਆਂ ਦੀ ਸੋਭਾ ਉਹ ਕਰਤੇ ਨੇ, ਜਿਹਨੇ ਸ੍ਰਿਸ਼ਟੀ ਬਣਾਈ ਆ ਉਹਨੇ ਆਪ ਉਹਨਾਂ ਦੀ ਵਧਾਉਣੀ ਆ, ਉਹਨੇ ਆਪ ਵਧਾਈ ਆ ਉਹਨਾਂ ਦੀ ਸੋਭਾ। ਤੇ ਨਿੰਦਕਾਂ ਜਿਹੜੇ ਨਿੰਦਾ ਕਰ ਰਹੇ ਆ, ਉਹਨਾਂ ਦੇ ਮੂੰਹ ਮਾਲਕ ਪਰਮਾਤਮਾ ਨਹੀਂ ਕਾਲੇ ਕਰਨੇ ਆ ਭਾਈ, ਕਿਉਂਕਿ ਮਾਲਕ ਨੇ ਰੱਖਿਆ ਜੇ ਨਿੰਦਾ ਬ੍ਰਹਮ ਗਿਆਨੀ ਦੀ ਨਿੰਦਾ ਕਰਨ। ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ। ਕਹਿੰਦੇ ਮਹਾਰਾਜ ਤਾਂ ਬਾਣੀ ਤਾਂ ਕਹਿੰਦੀ ਕਿਸੇ ਦੀ ਵੀ ਨਿੰਦਾ ਭਲੀ ਨਹੀਂ ਆ ਭਾਈ। ਤੇ ਮੂਰਖ ਆ, ਮਨ ਦੇ ਪਿੱਛੇ ਜਿਹੜੇ ਲੱਗੇ ਹੋਏ ਆ ਉਹ ਕਰਦੇ ਆ, ਜਿਹੜੇ ਮੂਰਛਿਤ ਹੋਏ ਪਏ ਆ ਮਾਇਆ ਦੇ ਵਿੱਚ। ਤੇ ਨਿੰਦਕਾਂ ਕੇ ਮੂੰਹ ਕਾਲੇ ਕਰੇ, ਹਰ ਕਰਤਾ ਆਪ ਵਧਾਈ। ਉਹਨਾਂ ਦੀ ਸੋਭਾ ਮਾਲਕ ਨੇ ਆਪ ਵਧਾਈ ਆ। ਜਿਉਂ ਜਿਉਂ ਨਿੰਦਕ ਨਿੰਦ ਕਰੈ, ਤਿਉਂ ਤਿਉਂ ਨਿਤ ਨਿਤ ਚੜ੍ਹੇ ਸਵਾਈ। ਤੇ ਉਹਨਾਂ ਦੀ ਗੁਰੂ ਦੀ ਸੋਭਾ, ਸਤਿਗੁਰੂ ਦੀ ਸੋਭਾ ਜਿਹੜੀ ਹੈਗੀ ਭਗਤਾਂ ਦੀ, ਬ੍ਰਹਮ ਗਿਆਨੀਆਂ ਦੀ, ਉਹ ਕਹਿੰਦੇ ਨਿਤ ਨਿਤ ਉਹਨਾਂ ਦੀ ਚੜ੍ਹਾਈ ਹੋਈ ਜਾਣੀ ਆ ਭਾਈ, ਉਹਨਾਂ ਦੀ ਸੋਭਾ ਵਧੀ ਜਾਣੀ ਆ। ਔਰ ਨਿੰਦਕ ਜਿਵੇਂ ਜਿਵੇਂ ਨਿੰਦਾ ਕਰਨਗੇ ਉਹਨਾਂ ਦੀ ਸੋਭਾ ਘਟਣੀ ਨਹੀਂ ਆ, ਹੋਰ ਜ਼ਿਆਦਾ ਵਧਣੀ ਆ। ਜਨ ਨਾਨਕ ਹਰ ਆਰਾਧਿਆ, ਤਿਨੇ ਪੈਰੀ ਆਣ ਸਭ ਪਾਈ। ਕਿਉਂਕਿ ਭਗਤ ਜਿਹੜੇ ਸਤਿਗੁਰੂ ਜਿਹੜੇ ਬ੍ਰਹਮ ਗਿਆਨੀ ਉਹਨਾਂ ਨੇ ਪਰਮਾਤਮਾ ਦੀ ਭਗਤੀ ਕੀਤੀ ਆ, ਤੇ ਉਹ ਪਰਮਾਤਮਾ ਜਿਹੜਾ ਹੈਗਾ ਸਾਰੀ ਸ੍ਰਿਸ਼ਟੀ ਨੂੰ ਜਿਹੜਾ ਹੈਗਾ ਉਹਨਾਂ ਦੇ ਪੈਰਾਂ ਤੇ ਲਿਆ ਦਿੰਦਾ ਹੈ ਭਾਈ। ਹਾਂਜੀ ਵੀਰ ਜੀ। ਸਾਧ ਸੰਗਤ ਜੀ, ਨਿੰਦਿਆ ਇੱਕ ਤੇ ਹੁੰਦੀ ਮੂੰਹ ਦੇ ਨਾਲ ਕਰਨੀ, ਇਹ ਵੀ ਇੱਕ ਨਿੰਦਿਆ ਹੈ।
ਤੇ ਜੇ ਤੁਸੀਂ ਭਗਤੀ ਦੇ ਮਾਰਗ ਤੇ ਚੱਲੇ ਜੋ ਤੇ ਨਿੰਦਿਆ ਤੁਸੀਂ ਕਿਸੇ ਦੇ ਪ੍ਰਤੀ ਮਾੜੇ ਵਿਚਾਰ ਨਾਲ ਸੋਚ ਵੀ ਨਹੀਂ ਸਕਦੇ। ਨਿੰਦਿਆ ਉਹ ਵੀ ਨਿੰਦਿਆ ਚ ਆਉਂਦੀ ਹੈ। ਫਿਰ ਕੀ ਹੋਊਗਾ? ਉਹ ਜੇਕਰ ਤੁਸੀਂ ਉਸ ਧਾਰਾ ਦੇ ਨਾਲ ਮਾੜਾ ਸੋਚਦੇ ਪਏ ਜੋ ਕਿਸੇ ਦੇ ਪ੍ਰਤੀ, ਅੰਦਰ ਹੀ ਬੋਲਦੇ ਪਏ ਜੋ, ਇਹ ਵੀ ਇੱਕ ਨਿੰਦਿਆ। ਇਹਦੇ ਨਾਲ ਵੀ ਤੁਹਾਡਾ ਅੰਤਰਾਕਰਨ ਜਿਹੜਾ ਮਲੀਨ ਹੁੰਦਾ ਜੀ। ਸੋ ਨਿੰਦਿਆ ਬਹੁਤ ਮਾੜੀ ਚੀਜ਼ ਹੈ। ਨਿੰਦਿਆ ਤੋਂ ਭਾਵ ਹੈ ਕੋਲਾ ਭਾਵੇਂ ਠੰਡਾ ਹੈ ਭਾਵੇਂ ਗਰਮ ਆ, ਉਹਨੇ ਤੁਹਾਡੇ ਹੱਥਾਂ ਨੂੰ ਖਰਾਬ ਕਰਨਾ ਹੀ ਕਰਨਾ। ਅੱਗੇ ਹਾਂਜੀ ਨਿਜਰ ਸਾਹਿਬ ਅੱਗੇ ਚਲੋ ਜੀ। ਮਹੱਲਾ ਚੌਥਾ ਅਗਲਾ ਸ਼ਲੋਕ ਆ ਗਿਆ ਚੌਥੀ ਪਾਤਸ਼ਾਹੀ ਦਾ। ਸਤਿਗੁਰ ਸੇਤੀ ਗਣਤ ਜੇ ਰੱਖੈ ਹਲਤ ਪਲਤ ਸਭ ਤਿਸਕਾ ਗਿਆ। ਆ ਦੇਖੋ ਹੁਣ ਜਿਹੜਾ ਸਤਿਗੁਰੂ ਦੇ ਨਾਲ ਜਿਹੜਾ ਗਿਣਤੀ ਮਿਣਤੀ ਰੱਖਦਾ ਹੈ ਭਾਈ, ਉਹਦਾ ਜਿਹੜਾ ਹਲਤ ਪਲਤ ਜਿਹੜਾ ਹੈ ਸਾਰਾ ਦਾ ਸਾਰਾ ਚਲਾ ਜਾਂਦਾ ਹੈ ਭਾਈ। ਜਿਹੜਾ ਗਿਣਤੀ ਮਿਣਤੀ ਦਾ ਕੀ ਮਤਲਬ ਆ? ਜਿਹੜਾ ਖੈਂਦਾ ਹੈ ਸਤਿਗੁਰੂ ਦੇ ਨਾਲ, ਜਿਹੜਾ ਸਤਿਗੁਰੂ ਦੇ ਨਾਲ ਜਿਹਦੇ ਅੰਦਰ ਜਿਹੜੀ ਹੈਗੀ ਆ ਖਹਿਬਾਜੀ ਹੈ, ਜਿਹਦੇ ਅੰਦਰ ਟੈਨਸ਼ਨ ਹੁੰਦਾ ਹੈ, ਇਹ ਹੈ ਗਣਤ। ਸਤਿਗੁਰ ਸੇਤੀ ਗਣਤ ਜੇ ਰੱਖੈ ਹਲਤ ਪਲਤ ਸਭ ਤਿਸਕਾ ਗਿਆ। ਕਹਿੰਦੇ ਲੋਕ ਪਰਲੋਕ ਸਾਰਾ ਗਿਆ ਉਹਦਾ ਭਾਈ। ਨਿਤ ਝਈਆ ਸੁਪਾਏ, ਨਿਤ ਜਿਹੜਾ ਹੈਗਾ ਉਹ ਜਿਹੜਾ ਕਚੀਚੀਆਂ ਵੱਟਦਾ ਹੈ, ਝਈਆਂ ਪਾਏ, ਝੱਗੂ ਸੁੱਟੇ, ਮੂੰਹ ਦੇ ਉੱਤੋਂ ਝੱਗ ਸੁੱਟਦਾ ਹੈ। ਜਿਵੇਂ ਜਿਹੜਾ ਹੈਗਾ ਕੋਈ ਜਿਹੜਾ ਹੈਗਾ ਔਖਾ ਹੁੰਦਾ ਹੈ ਬੰਦਾ, ਕ੍ਰੋਧ ਆਉਂਦਾ ਹੈ, ਜਿਵੇਂ ਗੁੱਸੇ ਦੇ ਵਿੱਚ ਇਨਸਾਨ ਝੱਗ ਸੁੱਟਦਾ ਹੈ, ਥੁੱਕ ਸੁੱਟਦਾ ਹੈ, ਚੱਕਦਾ ਚੜ ਪਿਆ। ਇਸ ਤਰ੍ਹਾਂ ਕਹਿੰਦੇ ਝੱਕ ਮਾਰ ਰਿਹਾ ਹੈ ਔਰ ਇਸ ਝਾੜ ਹੀ ਜਾਣਾ ਹੈ ਉਹਨੇ ਖਤਮ ਹੋ ਜਾਣਾ ਹੈ। ਨਿਤ ਉਪਾਵ ਕਰੇ ਮਾਇਆ ਧਨ ਕਾਰਨ, ਅਗਲਾ ਧਨ ਵੀ ਉੱਡ ਗਿਆ। ਔਰ ਉਹ ਕੀ ਕਰਦਾ? ਮਾਇਆ ਦੇ ਵਾਸਤੇ ਜਿਹੜਾ ਹੈਗਾ, ਮਾਇਆ ਦੇ ਵਾਸਤੇ ਨਿਤ ਜਿਹੜਾ ਹੈਗਾ ਧਨ ਦੇ ਕਾਰਨ ਜਿਹੜਾ ਹੈਗਾ ਰੋਜ਼ ਜਿਹੜਾ ਹੈਗਾ ਉਹਦੇ ਵਾਸਤੇ ਉਪਰਾਲੇ ਕਰਦਾ ਹੈ। ਪਰ ਮਹਾਰਾਜ ਕਹਿੰਦੇ ਨਿੰਦਾ ਕਰ ਰਿਹਾ ਹੈ ਗੁਰੂ ਦੇ ਨਾਲ ਬ੍ਰਹਮ ਗਿਆਨੀਆਂ ਦੀ, ਤੇ ਕਹਿੰਦੇ ਉਹਦਾ ਅਗਲਾ ਧਨ ਵੀ ਖਤਮ ਹੋ ਜਾਣਾ ਹੈ ਭਾਈ। ਅਗਲਾ ਧਨ ਵੀ ਉੱਡ ਗਿਆ। ਕਿਆ ਉਹ ਖੱਟੇ। ਹੁਣ ਇੱਥੇ ਧਨ ਦੀ ਗੱਲ ਲਿਖੀ ਔਰ ਧਨ ਜਿਹੜਾ ਹੈਗਾ ਨੰਨੇ ਨੂੰ ਔਂਕੜ ਲਗਾਈ ਹੈ ਮਹਾਰਾਜ ਨੇ। ਕਹਿੰਦੇ ਵੀ ਮੈਂ ਇਹ ਧਨ ਕਿਹੜੀ ਧਨ ਦੀ ਗੱਲ ਕਰ ਰਿਹਾ? ਇਹ ਕੋਈ ਮਾਇਕ ਧਨ ਦੀ ਗੱਲ ਨਹੀਂ ਕਰ ਰਹੇ। ਇਹ ਜਿਹੜਾ ਹੈਗਾ ਜੋ ਵਿਚਾਰੇ ਦੇ ਪਿਛਲੇ ਚੰਗੇ ਗੁਣ ਸੀਗੇ ਉਹ ਵੀ ਉਹਦੇ ਗੁਣ ਖਤਮ ਹੋ ਜਾਣੇ ਆ। ਕਿਆ ਉਹ ਖੱਟੇ ਕਿਆ ਉਹ ਖਾਵੈ ਜਿਸ ਅੰਦਰ ਸਹਿਸਾ ਦੁੱਖ ਪਿਆ। ਜਿਹਦੇ ਅੰਦਰ ਮਾਇਆ ਹੈ, ਤ੍ਰਿਗੁਣੀ ਮਾਇਆ ਭਰੀ ਪਈ ਹੈ, ਜਿਹਦੇ ਅੰਦਰ ਸਹਿਸਾ ਮਾਇਆ ਹੈ ਭਾਈ, ਇਹ ਤਿੰਨ ਗੁਣੀ ਮਾਇਆ ਤਮੋ ਰਜੋ ਸਤੋ, ਜਿਹਦਾ ਇਹਦੇ ਵਿੱਚ ਹੀ ਗਲਤਾਨ ਹੈਗਾ। ਕਹਿੰਦੇ ਉਹਨੇ ਕੀ ਆਤਮਿਕ ਖੱਟੀ ਕੀ ਕੀਤੀ? ਉਹਨੇ ਕੀ ਖੱਟੀ ਕਰੂਗਾ ਉਹ ਤੇ ਕੀ ਖਾਊਗਾ ਉਹ? ਕਿਆ ਉਹ ਖੱਟੇ ਕਿਆ ਉਹ ਖਾਵੈ ਜਿਸ ਦੇ ਅੰਦਰ ਸਹਿਸਾ ਦੁੱਖ ਪਿਆ। ਨਿਰਵੈਰੇ ਨਾਲ ਜੇ ਵੈਰ ਰਚਾਏ, ਸਭ ਪਾਪ ਜਗਤੇ ਕਾ ਤਿਨੇ ਸਿਰ ਲਿਆ। ਤੇ ਨਿਰਵੈਰ ਦੇ ਨਾਲ ਵੈਰ ਕਰ ਰਿਹਾ ਆ। ਗੁਰੂ ਜਿਹੜੇ ਹੈਗੇ ਉਹ ਬ੍ਰਹਮ ਗਿਆਨੀ ਦੁਨੀਆ ਦਾ ਭਲਾ ਕਰ ਰਹੇ ਆ, ਤੇ ਉਹਨਾਂ ਦੇ ਨਾਲ ਉਹਦੇ ਅੰਦਰ ਤਿੜ ਹੈਗੀ ਉਹਨਾਂ ਦੇ ਪ੍ਰਤੀ। ਕਹਿੰਦੇ ਭਾਈ ਫਿਰ ਤਾਂ ਸਾਰੇ ਜਗਤ ਦੇ ਜਿਹੜੇ ਪਾਪ ਆ ਉਹਦੇ ਸਿਰ ਦੇ ਉੱਤੇ ਆ ਗਏ ਭਾਈ। ਸੰਸਾਰ ਦੇ ਵਿੱਚ ਜੋ ਵੀ ਪਾਪ ਹੁੰਦੇ ਆ ਕਹਿੰਦੇ ਸਾਰੇ ਦੇ ਸਾਰੇ ਉਹਦੇ ਸਿਰ ਤੇ ਆ ਗਏ ਭਾਈ। ਸਾਰੇ ਹੀ ਕਰ ਰਿਹਾ ਉਹ। ਉਸ ਅੱਗੇ ਪਿੱਛੇ ਢੋਈ ਨਹੀਂ, ਜਿਸ ਅੰਦਰ ਨਿੰਦਾ ਮੂੰਹ ਅੰਬ ਪਿਆ। ਆ ਲੋ, ਮੂੰਹ ਤੇ ਅੰਬ ਵੀ ਹੈਗਾ, ਮੂੰਹ ਦੇ ਨਾਲ ਮਿੱਠਾ ਹੈਗਾ, ਔਰ ਅੰਦਰ ਨਿੰਦਾ ਹੈਗੀ ਆ। ਅੰਦਰ ਜਿਹੜੀ ਤਿੜ ਹੈਗੀ ਉਹਦੇ ਅੰਦਰ ਜਿਹੜਾ ਹੈਗਾ ਉਹ ਜਿਹੜਾ ਕੜ ਰੱਖ ਰਿਹਾ ਹੈ। ਕਹਿੰਦੇ ਉਹਨੂੰ ਫਿਰ ਲੋਕ ਪਰਲੋਕ 'ਚ ਕਿਤੇ ਵੀ ਢੋਈ ਨਹੀਂ ਹੈ ਪਾਏ। ਜਿਹੜਾ ਭਾਵੇਂ ਮੂੰਹ ਦੇ ਨਾਲ ਜਿੰਨਾ ਮਿੱਠਾ ਹੋਏ ਔਰ ਅੰਦਰ ਜਿਹੜਾ ਹੈਗੇ ਉਹਦੇ ਅੰਦਰ ਜਿਹੜੀ ਹੈ ਛੁਰੀ ਹੈ, ਜ਼ਹਿਰ ਹੈਗੀ ਆ। ਜੇ ਸੋਨੇ ਨੂੰ ਉਹ ਹੱਥ ਪਾਏ ਤਾਂ ਖੇਹੂ ਸੇਤੀ ਰਲ ਗਿਆ। ਜੇ ਕਿਤੇ ਸੋਨੇ ਨੂੰ ਵੀ ਹੱਥ ਪਾਊਗਾ ਪਾਏ, ਉਹਨੂੰ ਵੀ ਉਹਨੇ ਜਿਹੜਾ ਹੈਗਾ ਖੇ ਕਰ ਦੇਣੀ ਹੈ, ਮਿੱਟੀ ਕਰ ਦੇਣੀ ਹੈ ਉਹਨੂੰ ਪੱਲੇ ਕੁਛ ਵੀ ਨਹੀਂ ਪੈਣਾ। ਜੇ ਗੁਰ ਕੀ ਸਰਣੀ ਫਿਰ ਉਹ ਆਵੈ, ਤਾਂ ਪਿਛਲੇ ਔਗੁਣ ਬਖਸ਼ ਲਿਆ। ਦੇਖੋ ਬ੍ਰਹਮ ਗਿਆਨੀ ਭਾਈ, ਦੇਖੋ ਗੁਰੂ ਸਤਿਗੁਰੂ ਕਹਿੰਦੇ ਜੇ ਫਿਰ ਵੀ ਜਿਹੜਾ ਇੰਨੀ ਨਿੰਦਾ ਕਰਕੇ ਵੀ ਵਾਪਸ ਗੁਰੂ ਦੀ ਸ਼ਰਨ ਦੇ ਵਿੱਚ ਆਊਗਾ ਤੇ ਗੁਰੂ ਨੇ ਉਹਦੇ ਪਿਛਲੇ ਔਗੁਣ ਵੀ ਬਖਸ਼ ਲੈਣੇ ਆ। ਜਨ ਨਾਨਕ ਅੰਦਿਨ ਨਾਮ ਤੇ ਆਇਆ, ਹਰ ਸਿਮਰਤ ਕਿਲ ਵਿਖ ਪਾਪ ਗਿਆ। ਤੇ ਜਨ ਜਿਹੜੇ ਹੈਗੇ ਉਹ ਕੀ ਕਰਦੇ ਆ? ਪਰਮੇਸ਼ਰ ਦਾ ਨਾਮ ਤੇ ਆਉਂਦੇ ਆ ਪਾਏ। ਔਰ ਉਹ ਵੀ ਜੇ ਗੁਰੂ ਦੀ ਸ਼ਰਨ ਆ ਗਿਆ
ਤੇ ਉਹ ਵੀ ਨਾਮ ਤੇ ਆਉਣ ਲੱਗ ਜਾਏਗਾ, ਤੇ ਧਿਆਨ ਕਰਨ ਦੇ ਨਾਲ, ਸਿਮਰਨ ਦੇ ਨਾਲ ਉਹਦੇ ਸਾਰੇ ਪਿਛਲੇ ਪਾਪ ਜਿਹੜੇ ਹੈਗੇ ਉਹ ਬਖਸ਼ੇ ਜਾਣਗੇ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ, ਦੇਖ ਲਓ ਕਹਿ ਰਹੇ ਨੇ ਕਿ ਮੂੰਹ ਤੋਂ ਭਾਵੇਂ ਜੋ ਮਰਜ਼ੀ ਮਿੱਠਾ ਹੈ, ਅੰਬ ਵਰਗਾ ਤੇ ਉਹ ਗੱਲ ਕਿਤੇ ਠੀਕ ਨਹੀਂ ਹੈ। ਔਰ ਖਾਸ ਕਰਕੇ ਕਾਫੀ ਜ਼ਿਆਦਾ ਲੋਕ ਨੇ ਏਦਾਂ ਦੇ, ਮੂੰਹ ਤੇ ਕੁਝ ਹੋਰ ਨੇ, ਅੰਦਰੋਂ ਕੁਝ ਹੋਰ ਹੈ ਉਹਨਾਂ ਦੀ ਸੋਚ। ਬਾਣੀ ਕਹਿੰਦੀ ਆ ਕਿ ਜਿੱਦਣ ਤੇਰਾ ਮੂੰਹ ਤੇ ਤੇਰੇ ਅੰਦਰੋਂ ਇੱਕ ਹੋ ਗਿਆ ਨਾ, ਉਦੋਂ ਸਮਝ ਲਈ ਕਿ ਤੂੰ ਕਿਤੇ ਪਹੁੰਚ ਗਿਆ। ਸਾਧ ਸੰਗਤ ਜੀ ਦੇਖੋ, ਭਗਤੀ ਕੋਈ ਹਵਾ 'ਚ ਤੀਰ ਨਹੀਂ ਜੇ ਹੈਗਾ, ਇਹ ਬਿਲਕੁਲ ਹੀ ਕਲਪਨਾ ਨਹੀਂ ਹੈਗੀ, ਇਹ ਯਥਾਰਥ ਸੱਚ ਹੈਗਾ। ਇਹ ਗੁਣ ਤੁਹਾਡੇ ਅੰਦਰ ਪ੍ਰਗਟ ਹੋਣੇ ਚਾਹੀਦੇ, ਉਦਾਂ ਤੇ ਪਤਾ ਨਹੀਂ ਲੱਗਣਾ ਤੁਹਾਨੂੰ ਤੁਸੀਂ ਕਿੱਥੇ ਪਹੁੰਚੇ। ਕਿ ਬਾਣੀ ਕਹਿੰਦੀ ਹੈ ਭਰੀਏ ਮਤ ਪਾਪਾਂ ਕੇ ਸੰਗ। ਉਹ ਤੋਪੇ ਨਾਮ ਹੈ, ਸਹੀ ਨੇ ਜਸੋ, ਬਿਲਕੁਲ। ਨਾਮ ਨੇ ਉਹਨਾਂ ਨੂੰ ਧੋਣਾ, ਪਰ ਧੋਣਾ ਕੀ ਹੈ? ਹੁਣ ਤੁਸੀਂ ਇੱਕ ਕੱਪੜਾ ਫੜ ਲਿਆ ਹੈ, ਉਹ ਗੰਦਾ, ਗੱਲ ਧੋਣ ਦੀ ਨਹੀਂ ਆ, ਉਹ ਕੱਪੜਾ ਚਮਕਣਾ ਜ਼ਰੂਰੀ ਆ। ਫਿਰ ਕਹਿੰਦੇ ਆ ਮਨ ਮੈਲੇ ਤੇ ਸਭ ਕੁਛ ਮੈਲਾ। ਜੇ ਤੂੰ ਸਾਬਣ ਲਾ ਰਿਹਾ, ਤੇਰੇ ਸਾਬਣ 'ਚ ਦਮ ਆ, ਤੂੰ ਜਿੱਥੇ ਮਰਜ਼ੀ ਤੂੰ ਬੈਠਾ ਹੈ, ਤੇ ਤੇਰਾ ਮਨ ਜੇਕਰ ਸ਼ੁੱਧ ਨਹੀਂ ਹੋ ਰਿਹਾ, ਮਨ ਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਬੈਠੇ ਆ, ਤੇ ਬਾਹਰ ਤੂੰ ਸੰਸਾਰ ਨੂੰ ਬੜਾ ਵਧੀਆ ਸੰਤ, ਬੜਾ ਵਧੀਆ ਬਾਬਾ, ਪਤਾ ਨਹੀਂ ਕੀ ਬਣ ਕੇ ਬੈਠਾ ਹੈ। ਬ੍ਰਹਮ ਗਿਆਨੀ ਵੀ ਕਈ ਲੋਕ ਲਿਖ ਲੈਂਦੇ ਆ, ਉਹ ਕਹਿੰਦੇ ਉਹ ਸਹੀ ਨਹੀਂ ਆ, ਉਹ ਗਲਤ ਆ। ਇਹ ਬਾਣੀ ਇਹੋ ਕਹਿ ਰਹੀ ਆ ਕਿ ਬਾਣੀ ਕਹਿੰਦੀ ਅਵਰ ਉਪਦੇਸ਼ ਆਪ ਨਾ ਕਰੇ, ਆਵਤ ਜਾਵਤ ਜਮਿਆ ਕਰੇ। ਤੇ ਦੂਜੇ ਨੂੰ ਕਿਉਂ ਉਪਦੇਸ਼ ਕੀਤਾ? ਆਤਮਾ ਨੂੰ ਜਾਣੀਏ, ਆਤਮਾ ਨੂੰ ਲੱਭੀਏ। ਤੂੰ ਲੱਭਿਆ ਆਤਮਾ? ਤੂੰ ਜਾਣਨਾ ਆਤਮਾ? ਜੇ ਤੂੰ ਨਹੀਂ ਜਾਣਦਾ ਤੇ ਤੂੰ ਕਿੱਦਾਂ ਰਾਈਟ ਇਨਫੋਰਮੇਸ਼ਨ ਆਤਮਾ ਦੀ ਦੇ ਸਕਦਾ ਹੈ? ਤੂੰ ਜੋ ਵੀ ਬੋਲੇਗਾ ਭਰਮ ਵਧੇਗਾ, ਅਗਿਆਨ ਵਧੇਗਾ, ਕਿਉਂਕਿ ਤੂੰ ਜਾਣਿਆ ਹੀ ਨਹੀਂ। ਕਿਉਂਕਿ ਤੇਰੇ ਕੋਲ ਤੇ ਵਿਧੀ ਨਹੀਂ ਹੈਗੀ ਉਹ ਮਨ ਨੂੰ ਕਿੱਦਾਂ ਚੁੱਪ ਕਰਾਉਣਾ, ਮਨ ਤੋਂ ਅੱਗੇ ਕਿੱਦਾਂ ਲੰਘਣਾ ਤੈਨੂੰ ਪਤਾ ਹੈ? ਤੂੰ ਕਿੱਦਾਂ ਦੱਸਣ ਦੇ ਗਿਆਨ ਕਿੱਥੋਂ ਕਰਾ ਰਿਹਾ? ਕਿਉਂਕਿ ਉਹ ਤੈਨੂੰ ਮਨ ਤੋਂ ਅੱਗੇ ਲੰਘਣ ਦਾ ਪਤਾ ਹੋਣਾ ਚਾਹੀਦਾ, ਫਿਰ ਹੀ ਤਾਂ ਦੱਸੇਗਾ ਅਗਲੇ ਬੰਦੇ ਨੂੰ ਕਿ ਹਾਂ ਬਈ ਏਦਾਂ ਮਨ ਤੋਂ ਅੱਗੇ ਲੰਘ ਜਾਈਦਾ। ਤੇ ਜੇ ਤੈਨੂੰ ਪਤਾ ਹੀ ਨਹੀਂ ਹੈ ਔਰ ਤੂੰ ਲੋਕਾਂ ਨੂੰ ਪਿੱਛੇ ਲਾ ਲਿਆ ਹੈ ਔਰ ਲੋਕਾਂ ਨੂੰ ਇਹ ਦੱਸਦਾ ਹੈ ਕਿ ਮੈਂ ਏਦਾਂ ਮਨ ਤੋਂ ਅੱਗੇ ਲੰਘ ਜਾਈਦਾ ਹੈ, ਜਦਕਿ ਉਸ ਤਰੀਕੇ ਨਾਲ ਲੰਘਿਆ ਹੀ ਨਹੀਂ ਜਾ ਸਕਦਾ, ਤਾਂ ਕਿੰਨਾ ਤੂੰ ਗਿਆਨ ਵਧਾ ਦੇਂਗਾ। ਇਸੇ ਕਰਕੇ ਬਾਣੀ ਕਹਿੰਦੀ ਆ ਕਿ ਪੂਰਾਂ ਦੇ ਪੂਰ ਡੁੱਬ ਜਾਂਦੇ, ਕਿਉਂਕਿ ਜਿਹੜਾ ਅੰਨਾ ਵਾ, ਕਬੀਰ ਸਾਹਿਬ ਦੀ ਬਾਣੀ ਵੈਸੇ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈਗੀ, ਵੱਖਰੀ ਬਾਣੀ ਹੈ। ਕਬੀਰ ਸਾਹਿਬ ਨੇ ਬਹੁਤ ਬਾਣੀ ਦਾ ਉਚਾਰਨ ਕੀਤਾ। ਕਹਿੰਦੇ ਕਿ ਅੰਨਾ ਠੇਲੀਏ, ਇੱਕ ਅੰਨਾ ਬੰਦਾ ਦੂਜੇ ਅੰਨੇ ਨੂੰ ਰਾਹ ਵਿਖਾਉਂਦਾ। ਇਸ ਕਰਕੇ ਅਗਿਆਨ ਵੱਧ ਰਿਹਾ, ਭਰਮ ਵੱਧ ਰਿਹਾ। ਫਿਰ ਕਹਿੰਦੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਜੋੜ ਨਹੀਂ ਪਾਈਦਾ। ਕਿਉਂਕਿ ਸੰਸਾਰੀ ਕਹਿੰਦੇ ਆ ਕਿ ਆਹ ਕਰਮ ਕਰਨਾ ਤੇ ਨਾਲ ਜੀਵਨ ਬਤੀਤ ਕਰਨਾ, ਤੇ ਭਗਤ ਕਹਿੰਦੇ ਇਹਨਾਂ ਦੀ ਲੋੜ ਹੀ ਨਹੀਂ। ਤੁਹਾਡਾ ਜੀਵਨ ਜੋ ਤੁਸੀਂ ਉਹਨੂੰ ਸਹੀ ਤਰੀਕੇ ਨਾਲ ਚਲਾਓ ਤੇ ਇਹੋ ਭਗਤੀ ਆ। ਪਰਮਾਤਮਾ ਬਹੁਤ ਖੁਸ਼ ਹੈ। ਇੱਕ ਕਲਰਕ ਆਪਣਾ ਕਲਰਕ ਦਾ ਕੰਮ ਕਰ ਰਿਹਾ ਹੈ, ਇੱਕ ਮੈਨੇਜਰ ਆਪਣੇ ਮੈਨੇਜਰ ਦਾ ਕੰਮ ਕਰ ਰਿਹਾ ਹੈ, ਇੱਕ ਕਿਸਾਨ ਜਿਹੜਾ ਹੈ ਉਹ ਕਿਸਾਨ ਦਾ ਕੰਮ ਕਰ ਰਿਹਾ ਹੈ, ਇੱਕ ਦੁੱਧ ਵੇਚਣ ਵਾਲਾ ਦੁੱਧ ਦਾ ਸਹੀ ਕੰਮ ਕਰ ਰਿਹਾ ਹੈ। ਤੇ ਇਸ ਤੋਂ ਉੱਚੀ ਭਗਤੀ ਹੋਰ ਕੀ ਹੈ? ਤੇ ਜੇਕਰ ਮੈਂ ਉਹ ਆਪਣੀ ਡਿਊਟੀ ਨਹੀਂ ਕਰ ਰਿਹਾ ਤੇ ਫਿਰ ਤੇ ਕੰਮ ਹੋ ਗਿਆ, ਫਿਰ ਤੇ ਮੈਂ ਬਿਲਕੁਲ ਉਲਟਾ ਜਾ ਰਿਹਾ। ਪਰਮਾਤਮਾ ਦਾ ਤਾਂ ਨਾ ਹੀ ਨਹੀਂ ਹੈਗਾ ਉੱਥੇ, ਸੱਚ ਕਿੱਥੇ ਹੈਗਾ? ਫਿਰ ਸੱਚ ਦਾ ਮਤਲਬ ਇਹ ਆ ਕਿ ਜੋ ਤੁਹਾਡੀ ਡਿਊਟੀ ਉਹਨੂੰ ਪੂਰਾ ਕਰੋ। ਜੇ ਨੌਂ ਆਪਣੀ ਸੱਸ ਨੂੰ ਪਰੇਸ਼ਾਨ ਕਰ ਰਹੀ ਆ, ਜੇ ਸੱਸ ਆਪਣੀ ਨੌਂ ਨੂੰ ਪਰੇਸ਼ਾਨ ਕਰ ਰਹੀ ਆ, ਜਾਂ ਸਹੁਰਾ ਵੀ ਕੁਝ ਇੱਧਰ ਉੱਧਰ ਦੀਆਂ ਗੱਲਾਂ ਮਾਰ ਰਿਹਾ ਹੈ, ਗੱਲਾਂ ਕਰਦਾ ਹੈ, ਸੱਚ ਬੋਲਦਾ ਹੈ, ਪਰ ਮਿਹਣੇ ਮਾਰ ਕੇ ਬੋਲ ਰਿਹਾ ਹੈ, ਤੇ ਗੜਬੜ ਆ। ਇਹ ਨਾ ਸੋਚੋ ਤੁਸੀਂ ਸੱਚ ਬੋਲ ਰਹੇ ਹੋ, ਹਾਂ ਠੀਕ ਹੈ ਉਹ ਚੋਰ ਹੈਗਾ, ਉਹਨਾਂ ਦੇ ਪਰਿਵਾਰ 'ਚ ਕੋਈ ਬੰਦਾ ਮਾੜਾ ਹੈ, ਤੇ ਤੁਸੀਂ ਮਿਹਣਾ ਮਾਰੋ ਨਹੀਂ ਤੇਰੇ ਆਪ ਫਲਾਣੇ ਏਦਾਂ ਦੇ। ਇਹ ਮਿਹਣਾ ਬਣ ਗਿਆ ਵਾ, ਇਹ ਸੱਚ ਨਹੀਂ ਤੁਸੀਂ ਬੋਲ ਰਹੇ, ਤੁਸੀਂ ਸੱਚ ਨੂੰ ਇਸਤੇਮਾਲ ਕਰ ਰਹੇ ਹੋ ਗਲਤ। ਔਰ ਅਕਸਰ ਲੋਕ ਏਦਾਂ ਕਰਦੇ ਨੇ। ਠੀਕ ਹੈ ਸੱਚ ਆ, ਅਗਲਾ ਵਿਚਾਰਾ ਸ਼ਰਾਬੀ ਆ, ਸ਼ਰਾਬ ਪੀਂਦਾ। ਹੁਣ ਤੁਸੀਂ ਕਹੋ ਜੀ ਤੇਰੇ ਤੇ ਹੈ ਹੀ ਏਦਾਂ ਦੇ ਆ, ਉਹ ਸ਼ਰਾਬੀ ਆ, ਕਬਾਬੀ ਆ, ਉੱਥੇ ਤੁਸੀਂ ਬੋਲਿਆ ਸੱਚ ਆ, ਹਾਂ ਅਗਲਾ ਸ਼ਰਾਬ ਪੀਂਦਾ ਹੈ, ਡਰਿੰਕ ਕਰਦਾ ਹੈ, ਪਰ ਤੁਸੀਂ ਸੱਚ ਨਹੀਂ ਬੋਲਿਆ, ਤੁਸੀਂ ਸੱਚ ਦੇ ਨਾਲ ਕੁਝ ਹੋਰ ਜੋੜ ਦਿੱਤਾ।
ਇਸੇ ਤਰ੍ਹਾਂ ਸੱਚ ਸੱਚ ਬੋਲੋ। ਸੱਚ ਤੇ ਵੈਸੇ ਵੀ ਚੁੱਭਦਾ ਹੀ ਨਹੀਂ ਨੇਜਰ ਸਾਹਿਬ, ਕਿਸੇ ਨੂੰ ਨਹੀਂ ਚੁੱਭਦਾ ਉਹ। ਪਰ ਜਦੋਂ ਸੱਚ ਨੂੰ ਅਸੀਂ ਆਪਣੀ ਲੋੜ ਅਨੁਸਾਰ ਇਸਤੇਮਾਲ ਕਰਦੇ ਹਾਂ ਤੇ ਸੱਚ ਚੁਭੇਗਾ ਤੁਹਾਨੂੰ। ਠੀਕ ਹੈ ਜੀ, ਹਾਂਜੀ ਅੱਗੇ ਬੋਲੋ ਨੇਜਰ ਸਾਹਿਬ, ਪੌੜੀ ਤੇ ਆ ਜਾਓ। ਹਾਂ ਪੌੜੀ। ਤੂੰ ਹੈ ਸੱਚਾ ਸੱਚ ਤੂੰ ਸਭ ਤੋਂ ਉੱਪਰ ਤੂੰ ਦੀਵਾਨ। ਕਹਿੰਦੇ ਮਾਲਕਾ ਤੂੰ ਹਮੇਸ਼ਾ ਰਹਿਣ ਵਾਲਾ ਆ, ਤੂੰ ਸੱਚ ਆ, ਔਰ ਤੇਰੀ ਹੀ ਜਿਹੜਾ ਹੈਗਾ ਕੰਟਰੋਲ ਜਿਹੜਾ ਹੈਗਾ, ਤੇਰਾ ਹੀ ਜਿਹੜੇ ਨਿਯਮ ਜਿਹੜੇ ਹੈਗੇ, ਤੇਰਾ ਹੀ ਹੁਕਮ ਜਿਹੜਾ ਹੈਗਾ ਉਹ ਸਭ ਤੋਂ ਉੱਪਰ ਆ। ਜੋ ਤੁਧ ਸੱਚ ਧਿਆਇਂਦੇ ਸੱਚ ਸੇਵਨ ਸੱਚੇ ਤੇਰਾ ਮਾਣ। ਜਿਹੜੇ ਤੈਨੂੰ ਤੇਰਾ ਧਿਆਨ ਕਰਦੇ ਆ ਉਹ ਸੱਚ ਨੂੰ ਸੇਵਦੇ ਆ ਭਾਈ, ਸੱਚੀ ਸੇਵਾ ਕਰਦੇ ਆ, ਉਹਨਾਂ ਨੂੰ ਤੇਰਾ ਮਾਣ ਆ ਮਾਲਕਾ। ਉਹ ਤੇਰੇ ਉੱਤੇ ਤੇਰੇ ਨਾਲ ਸਮਰਪਿਤ ਹੈਗੇ ਆ। ਉਹਨਾਂ ਅੰਦਰ ਸੱਚ ਮੁਖ ਉਜਲੇ ਸੱਚ ਬੋਲਣ ਸੱਚੇ ਤੇਰਾ ਤਾਣ। ਉਹਨਾਂ ਦੇ ਅੰਦਰ ਵੀ ਸੱਚ ਆ ਤੇ ਮੂੰਹ ਦੇ ਉੱਤੇ ਬਾਹਰ ਵੀ ਸੱਚ ਹੈਗਾ, ਸੱਚ ਬੋਲਦੇ ਆ। ਉਹਨਾਂ ਨੂੰ ਤੇਰਾ ਹੀ ਤਾਣ ਆ, ਤੇਰੀ ਉਹਨਾਂ ਕੋਲ ਤੇਰੀ ਤਾਕਤ, ਉਹਨਾਂ ਦੀ ਤਾਕਤ ਆ। ਸੇ ਭਗਤ ਜਿਨੀ ਗੁਰਮੁਖੇ ਸਲਾਇਆ ਸੱਚ ਸ਼ਬਦ ਨਿਸ਼ਾਨ। ਉਹ ਭਗਤ ਆ ਪਾਏ ਜਿਨ੍ਹਾਂ ਨੇ ਗੁਰੂ ਦੇ ਅਨੁਸਾਰ, ਬ੍ਰਹਮ ਗਿਆਨੀਆਂ ਦੇ ਅਨੁਸਾਰ ਭਗਤੀ ਕੀਤੀ, ਮਾਲਕ ਨੂੰ ਸਲਾਇਆ। ਉਹਨਾਂ ਦਾ ਸੱਚ ਸ਼ਬਦ ਆ, ਉਹਨਾਂ ਦੇ ਕੋਲ ਸਹੀ ਰਸਤਾ ਹੈ ਉਹਨਾਂ ਦਾ, ਔਰ ਉਹਨਾਂ ਦੇ ਮੱਥੇ ਤੇ ਸੱਚਾ ਨਿਸ਼ਾਨ ਆ ਜਾਏਗਾ ਭਾਈ। ਮਾਲਕ ਪਰਮਾਤਮਾ ਦੇ ਦਰ ਦੇ ਵਿੱਚ ਜਿਹੜਾ ਹੈਗਾ ਦਰ ਦਾ ਨਿਸ਼ਾਨ ਆ ਜਾਏਗਾ। ਸੱਚ ਜੇ ਸੱਚੇ ਸੇਵਦੇ ਤਿੰਨ ਵਾਰੀ ਸਦ ਕੁਰਬਾਨ। ਜਿਹੜੇ ਸੱਚ ਨੂੰ, ਉਸ ਮਾਲਕ ਪਰਮਾਤਮਾ ਨੂੰ, ਉਹਦੀ ਸੇਵਾ ਕਰਦੇ ਆ, ਸੱਚ ਦੀ ਸੇਵਾ ਕਰਦੇ ਆ, ਜਿਨ੍ਹਾਂ ਦੇ ਅੰਦਰ ਵੀ ਸੱਚ, ਮੂੰਹ ਦੇ ਵੀ ਸੱਚ ਹੁੰਦਾ ਹੈ, ਕਹਿੰਦੇ ਮੈਂ ਤਾਂ ਉਹਨਾਂ ਤੋਂ ਵਾਰਨੇ ਆ, ਉਹਨਾਂ ਤੋਂ ਕੁਰਬਾਨ ਜਾਣਾ ਹੈ। ਚੌਥੀ ਪਾਤਸ਼ਾਹੀ ਕਹਿੰਦੀ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸਿੰਘ ਜੀ। ਨੇਜਰ ਸਾਹਿਬ ਪਹਿਲੀ ਤੁਕ ਬੋਲ ਦੋ। ਤੂੰ ਹੈ ਸੱਚਾ ਸੱਚ ਤੂੰ ਸਭ ਤੋਂ ਉੱਪਰ ਤੂੰ ਦੀਵਾਨ। ਮਾਲਕ ਸੱਚਾ ਹੈ। ਕਹਿੰਦੇ ਤੂੰ ਹੈ, ਹਾਂਜੀ ਪਰਮਾਤਮਾ ਸੱਚਾ ਹੈ। ਹਾਂ ਬਿਲਕੁਲ ਸੱਚਾ ਹੈ ਉਹ, ਕਿਉਂਕਿ ਉਹਦਾ ਤਰਾਜੂ ਵੀ ਸੱਚਾ ਹੈ। ਬਿਲਕੁਲ। ਔਰ ਸਭ ਤੋਂ ਉੱਪਰ ਉਹਦਾ ਦੀਵਾਨ ਆ, ਉਹ ਵੀ ਸੱਚਾ ਹੈ। ਕਿਉਂਕਿ ਉਹਦਾ ਜਿਹੜਾ ਸਿਸਟਮ ਹੈ ਨਾ ਪਰਮਾਤਮਾ ਦਾ, ਬੜਾ ਪਿਓਰ ਹੈ ਸਾਧ ਸੰਗਤ ਜੀ। ਇਹਦੇ ਵਿੱਚ ਇੱਕ ਚੀਜ਼ ਆਪ ਅੰਡਰਸਟੈਂਡ ਕਰੋ। ਉਹ ਵੱਖਰੀ ਗੱਲ ਹੈ, ਭਗਤੀ ਕਰੋ ਤੇ ਪੁਰਾਣੇ ਪਾਪ ਨਸ਼ਟ ਹੋ ਜਾਣਗੇ, ਬੱਚਰ ਪਾਪ ਵੀ ਨਸ਼ਟ ਹੋਣਗੇ। ਪਰ ਕਾਨੂੰਨੀ ਤੌਰ ਤੇ ਤੁਹਾਨੂੰ ਉਸ ਉਨੀ ਵਸਤੂ ਦੂਜੀ ਸਾਈਡ ਤੇ ਪਾਉਣੀ ਪੈਣੀ ਆ। ਐ ਨਹੀਂ ਆ ਕਿ ਤੁਸੀਂ ਹੁਣ 1 ਮਿੰਟ ਵਾਹਿਗੁਰੂ ਕਹਿਤਾ ਤੇ ਗੱਲ ਖਤਮ ਹੋ ਗਈ ਤੇ ਮਗਰ ਉਹਦਾ ਢੇਰ ਲੱਗਾ ਹੋਵੇ ਕਰਮਾਂ ਦਾ। ਤੁਹਾਨੂੰ ਉਹ ਲੈਵਲ ਤੇ ਆਪਣੇ ਆਪ ਨੂੰ ਲੈ ਕੇ ਜਾਣਾ ਪਊਗਾ। ਉਹ ਜਿਹੜੀ ਅਸ਼ੁੱਧੀ ਅੰਦਰ ਹੈਗੀ ਉਹਨੂੰ ਖਤਮ ਕਰਨਾ ਪਊਗਾ। ਔਰ ਤੁਸੀਂ ਸਾਧਨਾ ਕਰਦੇ ਆ, ਭਗਤੀ ਕਰਦੇ ਆ, ਸ਼ੁਰੂ ਚ ਵੇਖਿਆ ਕਿੰਨਾ ਧੂੜ ਮਿੱਟੀ ਅੰਦਰ ਉੱਡਦੀ ਪਈ ਆ ਤੁਹਾਡੇ ਅੰਦਰ। ਤੁਹਾਨੂੰ ਉਹਦਾ ਧਿਆਨ ਇਕਾਗਰ ਹੀ ਨਹੀਂ ਆਉਣ ਦਿੰਦੀ, ਕਿਉਂਕਿ ਉਹ ਸਾਰਾ ਕੁਝ ਤੁਸੀਂ ਇਕੱਠਾ ਕੀਤਾ ਅੰਦਰ। ਤੁਹਾਡਾ ਸੂਖਮ ਸਰੀਰ ਆ, ਉਹ ਕਾਰਨ ਸਰੀਰ ਆ ਉਹ। ਬਿਲਕੁਲ। ਜਿੱਦਾਂ ਦੇ ਤੁਸੀਂ ਅਸਲੀ ਚ ਜਿਹੜਾ ਤੁਸੀਂ ਕਹਿੰਦੇ ਨਾ ਕਿ ਮੈਂ ਆਪਣੇ ਆਪ ਨੂੰ ਬੜਾ ਜਾਣਦਾ, ਚਰਨਜੀਤ ਸਿੰਘ ਵੈਰੀ ਗੁੱਡ ਪਰਸਨ, ਇੱਕ ਮਾਂ ਬਾਪ ਦੀ ਸੇਵਾ ਕਰਦਾ ਹੈ, ਏਦਾਂ ਦਾ, ਉਹ ਚਰਨਜੀਤ ਸਿੰਘ ਨਹੀਂ। ਚਰਨਜੀਤ ਸਿੰਘ ਜਿਹੜਾ ਅੰਦਰ ਹੈ ਸੂਖਮ, ਜਦੋਂ ਚਰਨਜੀਤ ਸਿੰਘ ਅੱਖਾਂ ਬੰਦ ਕਰਕੇ ਅੰਤਰ ਧਿਆਨ ਹੋ ਕੇ ਆਪਣੇ ਅੰਤਰੇ ਕਾਰਨ ਸਰੀਰ ਨੂੰ ਆਪਾਂ ਦੇਖਦੇ ਹਾਂ, ਜਿਹੜਾ ਤੁਹਾਡਾ ਵਿਚਾਰ ਮੰਡਲ ਆ, ਅਸਲ ਚ ਤੁਹਾਡਾ ਰੂਪ ਉਹ ਆ। ਔਰ ਖਾਸ ਕਰਕੇ ਹੋਰ ਵੇਖਣਾ ਹੋਵੇ ਤੇ ਜਿਹੜੇ ਤੁਹਾਨੂੰ ਸੁਪਨੇ ਆਉਂਦੇ ਨਾ, ਅਸਲ ਚ ਤੁਹਾਡਾ ਰੂਪ ਉਹ ਆ। ਜਿਹੜੇ ਕੰਟਰੋਲ ਨਹੀਂ ਹੈਗਾ ਤੁਹਾਡਾ। ਜਿਹੜੇ ਸ਼ੌਕ ਆ ਆਪਣੇ, ਉਹ ਆ ਅਸਲ ਰੂਪ। ਹਾਂ ਠੀਕ ਹੈ, ਉਹ ਆਪਣਾ ਅਸਲੀ ਰੂਪ ਆ। ਇਸ ਕਰਕੇ ਕੋਸ਼ਿਸ਼ ਕਰੋ। ਔਰ ਬੜੀ ਇੰਟਰਸਟਿੰਗ ਗੇਮ ਹੈ ਵੈਸੇ, ਵੈਰੀ ਇੰਟਰਸਟਿੰਗ, ਕਿਉਂਕਿ ਪ੍ਰਮਾਤਮਾ ਨੇ ਸਾਨੂੰ ਨਾ ਇਹ ਇੱਕ ਥੋੜੀ ਜਿਹੀ ਟਾਸਕ ਪਾਈ ਆ। ਉਹ ਚਾਹੁੰਦਾ ਕਿ ਵਿੱਚੋਂ ਬਾਹਰ ਆਇਓ, ਬਸ ਗੱਲ ਖਤਮ। ਸਭ ਤੋਂ ਉੱਚਾ ਦੀਵਾਨ ਉਹਦਾ ਜੀ। ਅਗਲੀ ਤੁਕ ਬੋਲੋ ਨਿਜ ਸਭ ਉਹਨਾਂ ਅੰਦਰ ਜੋ ਤੁਧ ਸੱਚ ਧਿਆਇਂਦੇ ਸੱਚ ਸੇਵਨ ਸੱਚੇ ਤੇਰਾ ਮਾਣ। ਬਸ ਸੱਚ ਦੇ ਨਾਲ, ਸੱਚ ਨੂੰ ਧਿਆਨ ਕਰਨ ਲੱਗ ਗਏ ਸੱਚ ਦੇ ਨਾਲ, ਤੇ ਉਹਨਾਂ ਨੂੰ ਨੇੜਾ ਹੈਗਾ। ਸੱਚੀ ਸੇਵਾ ਕਰਨ ਲੱਗ ਕੇ ਸੱਚੇ ਦੀ, ਤੇ ਉਹਨਾਂ ਨੂੰ ਸੱਚੇ ਦਾ ਹੀ ਮਾਣ ਹੋ ਜਾਣਾ। ਉਹਨਾਂ ਦਾ ਮਾਣ ਸੱਚੇ ਦਾ, ਕਿਉਂਕਿ ਉਹਨਾਂ ਨੇ ਸੱਚ ਦੇ ਨਾਲ ਜੁੜ ਗਏ ਤੇ ਸੱਚ ਦੀ ਸੰਗਤ ਕਰਨ ਲੱਗ ਪਏ, ਤੇ ਉਹਨਾਂ ਨੇ ਸੱਚ ਦਾ ਰੂਪ ਹੋ ਜਾਣਾ ਹੈ। ਹਾਂਜੀ ਵੀਰ ਜੀ। ਨੈਚੁਰਲੀ ਹੋ ਜਾਣਾ। ਕਬੀਰ ਸਾਹਿਬ ਤੇ ਕਹਿ ਰਹੇ ਨੇ
ਤੂੰ ਕਰਤਾ ਤੂੰ ਬਿਆ ਹਾਂ ਉਹ ਵੀ ਹੈਗੇ ਆ। ਮਨ ਨਿਰਮਲ ਬਿਆ ਜੈਸੇ ਗੰਗਾ ਨੀਰ ਪਾਛੇ ਪਾਛੇ ਲਾਗੋ ਲਾਗੇ ਹਰ ਫਿਰੇ ਕਹਿਤ ਕਬੀਰ ਕਬੀਰ। ਬਿਲਕੁਲ ਸਾਰੀ ਮਿਲਾਵਟ ਖਤਮ ਹੋ। ਵੇਖੋ ਸਾਧ ਸੰਗਤ ਜੀ, ਉਹ ਨਹੀਂ ਕਹਿੰਦੇ ਕਿ ਮੈਂ ਰੱਬ ਨੂੰ ਮਿਲ ਲਿਆ, ਉਹ ਕਹਿੰਦੇ ਮਨ ਨਿਰਮਲ ਹੋ ਗਿਆ ਵਾ, ਅੰਦਰੋਂ ਬਾਹਰ ਇੱਕ ਹੋ ਗਿਆ। ਆਹ ਵੇਖੋ ਅਗਲੀ ਤੁਕ ਫਿਰ ਉਸੇ ਗੱਲ ਨੂੰ ਆਪ ਜਿਹੜੀ ਸ਼ੁਰੂ ਕੀਤੀ ਨਾ ਆਪਾਂ, ਉੱਥੇ ਫਿਰ ਕਥਾ ਪਹੁੰਚ ਚੁੱਕੀ ਆ। ਹੁਣ ਅੰਦਰ ਸੱਚ ਨਿਜ ਸਾਹਿਬ ਤੁਕ ਬੋਲ ਦੋ। ਉਹਨਾਂ ਅੰਦਰ ਸੱਚ ਮੁਖ ਉਜਲੇ, ਸੱਚ ਬੋਲਣ ਸੱਚੇ ਤੇਰਾ ਤਾਣ। ਦੇਖ ਲਓ ਅੰਦਰੋਂ ਤੇ ਬਾਹਰੋਂ ਸੁੱਚੇ ਹੋ ਗਏ। ਹਾਂ ਸੱਚ ਦਾ ਰੂਪ ਹੋ ਗਿਆ ਮੁੱਖ ਉਜਲੇ। ਬਿਲਕੁਲ ਹਾਂ ਮੁੱਖ ਵੀ ਉਜਲਾ ਹੋ ਗਿਆ। ਪਾਣੀ ਕਹਿੰਦੀ ਹੈ ਜਿੰਨਾ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਕਿਉਂ? ਕਿਉਂਕਿ ਮੁੱਖ ਉਜਲੇ ਹੋ ਗਏ ਉਹਨਾਂ ਦੇ। ਮੁੱਖ ਉਜਲਾ ਕਿੱਦਾਂ ਕਿ ਸਾਡੇ ਕਾਲੇ ਆ ਕਿ ਉਹਨਾਂ ਦੇ ਉਜਲੇ? ਹਾਂ ਉਹ ਕਹਿੰਦੇ ਉਹਨਾਂ ਦੇ ਉਜਲੇ ਕਿਉਂਕਿ ਅੰਦਰੋਂ ਵੀ ਸੁੱਚੇ ਹੋ ਗਏ, ਉਹ ਬਾਹਰੋਂ ਨਹੀਂ। ਆਪਾਂ ਬਾਹਰੋਂ ਸੁੱਚੇ ਹਾਂ। ਮੇਰੇ ਵਰਗਾ ਸਾਬਣ ਮਲੀ ਜਾਂਦਾ ਵਾ, ਸਾਬਣ ਸੁਬਣ ਮਲਣ ਦੇ ਨਾਲ ਨਹਾਉਣ ਨੂੰ ਦੇ ਨਾਲ ਮਲੀਨਤਾ ਥੋੜੀ ਦੂਰ ਹੁੰਦੀ ਹੈ। ਇਹ ਸਾਡੇ ਮਨ ਦੀ ਮੈਲ ਹੈ। ਕਹਿੰਦੇ ਤੇਰੇ ਮਨ ਦੀ ਮੈਲ ਨਾ ਜਾਵੇ ਤੀਰਥਾਂ ਤੇ ਨਹਾਉਣ ਵਾਲਿਆ। ਜੇਕਰ ਤੇਰੇ ਬੋਲਣ ਦੇ ਨਾਲ ਦੂਸਰੇ ਦਾ ਹਿਰਦਾ ਦੁਖ ਰਿਹਾ ਤੇ ਇਹ ਗੱਲ ਨਾ ਭੁੱਲੀ, ਦੂਸਰੇ ਦੇ ਹਿਰਦੇ ਚ ਆਤਮਾ ਪਰਮਾਤਮਾ ਦਾ ਹੀ ਰੂਪ ਬੈਠਾ ਹੈ। ਬਿਲਕੁਲ ਤੂੰ ਕਿਸੇ ਦਾ ਹਿਰਦਾ ਦੁਖੀ ਨਹੀਂ ਕਰ ਸਕਦਾ, ਤੇ ਜੇ ਤੂੰ ਕਰ ਰਿਹਾ ਹੈ ਤੇ ਪਰਮਾਤਮਾ ਦੀ ਨਜ਼ਰ ਤੇ ਬਹੁਤ ਮਾੜੀ ਚੀਜ਼ ਹੈ, ਐਡੀ ਵਧੀਆ ਚੀਜ਼। ਠੀਕ ਹੈ ਜੀ। ਤੇ ਫਿਰ ਅਗਲੇ ਬੰਨੇ ਬੋਲਣ ਚ ਸਭ ਸੇ ਭਗਤ ਜਿਨੀ ਗੁਰਮੁਖੇ ਸਲਾਇਆ। ਕਹਿੰਦੇ ਭਗਤ ਉਹ ਹੈਗੇ ਜਿਨ੍ਹਾਂ ਨੇ ਪੂਰੇ ਗੁਰੂ ਕੋਲੋਂ ਗਿਆਨ ਲੈ ਕੇ ਉਹਦੇ ਅਨੁਸਾਰ ਭਗਤੀ ਕੀਤੀ। ਉਹਦੇ ਭਗਤੀ ਕੀ ਹੈ? ਉਸ ਮਾਲਕ ਪਰਮਾਤਮਾ ਦਾ ਧਿਆਨ ਕੀਤਾ, ਉਹਨੂੰ ਸਲਾਇਆ। ਸੱਚ ਸ਼ਬਦ ਨਿਸ਼ਾਨ, ਉਹਨਾਂ ਦੇ ਜਿਹੜੇ ਹੈਗੇ ਆ ਉਹ ਸੱਚੇ ਹੋ ਗਏ, ਉਹਨਾਂ ਦੇ ਮੱਥੇ ਤੇ ਸੱਚਾ ਨਿਸ਼ਾਨ ਆ ਗਿਆ ਬਈ ਇਹ ਪਿਓਰ ਸੋਨਾ ਹੈਗਾ। ਹਾਂਜੀ ਵੀਰ ਜੀ। ਹਾਂ ਨਿਸ਼ਾਨ ਦਾ ਮਤਲਬ ਉੱਥੇ ਕੋਈ ਸਟੈਂਪ ਨਹੀਂ ਲੱਗਣੀ। ਨਿਸ਼ਾਨ ਦਾ ਮਤਲਬ ਕਿ ਤੁਸੀਂ ਸੱਚ ਹੀ ਬੋਲਣਾ ਹੈ, ਸੱਚ ਹੀ ਵੇਖਣਾ ਹੈ ਤੇ ਸੱਚ ਦੇ ਵਿੱਚ ਆਪਣਾ ਜੀਵਨ ਬਤੀਤ ਕਰਨਾ। ਸੱਚ ਦਾ ਰੂਪ ਹੋ ਗਏ। ਸੱਚ ਸ਼ਬਦ ਨਿਸ਼ਾਨ ਤਾਂ ਹੀ ਆਊਗਾ ਗੋਰਖੀ ਸਾਹਿਬ ਜਦ ਆਪਾਂ ਸੱਚ ਦਾ ਰੂਪ ਹੋ ਜਾਵਾਂਗੇ, ਅੰਦਰੋਂ ਬਾਹਰੋਂ ਇੱਕ ਹੋ ਜਾਵਾਂਗੇ। ਰਾਮ ਕਬੀਰਾ ਇੱਕ ਬੇ ਤੇ ਕੋਈ ਨਾ। ਹਾਂ ਤੇ ਸੱਚ ਹੋ ਗਏ ਤੇ ਬ੍ਰਹਮ ਹੋ ਗਏ, ਹੋਰ ਬਾਕੀ ਕੀ ਰਹਿ ਗਿਆ? ਬਾਣੀ ਤੇ ਇਹੋ ਕਹਿੰਦੀ ਹੈ। ਤੇ ਜੇ ਤੁਹਾਡੇ ਅੰਦਰ ਮਲੀਨਤਾ ਹੈਗੀ ਆ, ਇਹਦਾ ਮਤਲਬ ਤੁਸੀਂ ਜਰਨੀ ਚ ਜੋ ਸਫ਼ਰ ਚ ਅਜੇ ਮੰਜ਼ਿਲ ਤੇ ਨਹੀਂ ਪਹੁੰਚੇ। ਬਿਲਕੁਲ ਪੀਰ ਸਾਹਿਬ ਤੇ ਕਲੇਮ ਕਰ ਰਹੇ ਨੇ ਤੇ ਉਹ ਕਹਿੰਦੇ ਪਹੁੰਚ ਚੁੱਕੇ ਆ। ਜਿੱਦਾਂ ਵੇਖਿਆ ਨਹੀਂ ਉਹ ਜਦੋਂ ਮੰਜ਼ਿਲ ਤੇ ਬੰਦਾ ਪਹੁੰਚ ਕੇ ਤੇ ਉਹ ਹੌਰਨ ਵਜਾ ਦਿੰਦਾ ਜੀ ਮੈਂ ਮੇਰੀ ਜਦੋਂ ਰਿਬਨ ਨਹੀਂ ਹੁੰਦਾ, ਉਹ ਜਦੋਂ ਓਲੰਪਿਕਸ ਜਾਂ ਬੰਦਾ ਦੌੜਦੇ ਆ ਫਿਰ ਅਗਲੇ ਬੰਨੇ ਇੱਕ ਰਿਬਨ ਹੁੰਦਾ, ਉਹ ਫਿਰ ਉਸ ਲਾਈਨ ਤੇ ਜਦੋਂ ਟੱਚ ਕਰਦਾ ਤੇ ਰਿਬਨ ਨੂੰ ਟੱਚ ਕਰਦਾ ਬੰਦਾ, ਹਾਂਜੀ ਇਹ ਬੰਦਾ ਜਿੱਤ ਗਿਆ। ਕਬੀਰ ਸਾਹਿਬ ਤੇ ਕਲੇਮ ਕਰ ਦਿੰਦੇ ਨੇ। ਤੇ ਦੇਖੋ ਗੋਰਖੀ ਸਾਹਿਬ ਜਿਹੜੇ ਆਪਣੇ ਕੀ ਇਹਨਾਂ ਦਾ ਨਾਂ ਆ ਫਰੀਦ ਜੀ ਕਹਿੰਦੇ ਆ, ਜਿਹੜੇ ਯਾਤਰਾ ਤੇ ਆ, ਕੀ ਕਹਿੰਦੇ ਫਰੀਦਾ ਕਾਲੀ ਮੈਂਡੀ ਕੰਬਲੀ ਕਾਲਾ ਮੈਂਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼। ਆ ਦੇਖੋ ਹਾਂ ਦੂਸਰੀ ਤਰਫ ਵੇਖ ਲੋ ਕਹਿੰਦੇ ਨੇ ਕਿਉਂਕਿ ਮੇਰੇ ਅੰਦਰ ਕੀ ਹੈ ਮੈਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ। ਜੇ ਮੈਂ ਦਿਖਾ ਰਿਹਾ ਕੁਝ ਹੋਰ, ਅੰਦਰੋਂ ਕੁਝ ਮੈਂ ਹੋ ਰਿਹਾ, ਤੇ ਫਿਰ ਉਹ ਵਧੀਆ ਚੀਜ਼ ਨਹੀਂ ਹੈ। ਇਸ ਕਰਕੇ ਸੰਗਤ ਜੀ ਕੋਸ਼ਿਸ਼ ਕਰੋ ਜਿਹੜਾ ਜੀਵਨ ਹੈ ਨਾ ਇਹਦੇ ਚ ਇੱਕੋ ਚੀਜ਼ ਸਭ ਤੋਂ ਮਹੱਤਵਪੂਰਨ ਹੈ, ਉਹ ਸੱਚ। ਜਿੰਨਾ ਚਿਰ ਤੱਕ ਕੋਈ ਸੱਚ ਨਹੀਂ ਨਾ ਹੁੰਦਾ ਉਹਨਾਂ ਚਿਰ ਤੱਕ ਉਹ ਗੇਮ ਚੋਂ ਬਾਹਰ ਨਹੀਂ ਜਾ ਸਕਦਾ। ਔਖੀ ਹੈ ਖੇਡ, ਪਰ ਪਹੁੰਚਦਾ ਮੰਜ਼ਿਲ ਤੇ ਉਹੀ ਹੈ ਜਿਹੜਾ ਤੁਰਦਾ ਹੈ ਔਰ ਜਿਹੜਾ ਚੱਲਦਾ ਰਹਿੰਦਾ। ਹਾਂ ਤੇ ਜਿਹੜਾ ਚੱਲਦਾ ਹੀ ਨਹੀਂ ਹੈ ਤੇ ਉਹਨੇ ਵਿਚਾਰੇ ਨੇ ਕੀ ਪਹੁੰਚਣਾ। ਇਹੋ ਹੀ ਆ। ਉਹ ਨਾ ਅੱਜ ਮੈਂ ਪਤਾ ਨਹੀਂ ਇੱਕ ਕਹਾਣੀ ਪੜ੍ਹ ਰਿਹਾ ਸੀ, ਨਿੱਕੀ ਜਿਹੀ ਕਹਾਣੀ ਸੀ ਬੜੀ ਵਧੀਆ। ਤੇ ਉਹ ਪਿੰਡ ਦੇ ਵਿੱਚ ਨਾ ਬੱਤੀ ਨਹੀਂ ਗਈ, ਬਲਬ ਨਹੀਂ ਹੈਗਾ, ਨਾ ਕੋਈ ਦੀਵਾ ਦੂਆ ਹੈਗਾ। ਇੱਕ ਬੰਦਾ ਉਹ ਸ਼ਹਿਰ ਗਿਆ, ਉਹਨੇ ਤੇ ਦੀਵਾ ਖਰੀਦ ਲਿਆਂਦਾ ਤੇ ਦਿਨੇ ਤੇ ਲੋਕਾਂ ਨੂੰ ਪਤਾ ਨਾ ਲੱਗਾ ਕਿ ਇੱਕ ਦੀਵਾ ਹੈਗਾ, ਕਿਉਂਕਿ ਸੂਰਜ ਦਾ ਬੜਾ ਪ੍ਰਕਾਸ਼ ਹੈ। ਰਾਤੀ ਉਹਨੇ ਜਗਾਤਾ। ਹੁਣ ਇੱਕ ਨੂੰ ਪਤਾ ਲੱਗ, ਦੋ ਨੂੰ ਪਤਾ ਲੱਗ, ਸਾਰਿਆਂ ਨੂੰ ਪਤਾ ਲੱਗ ਗਿਆ। ਹੁਣ ਜਿਹੜੇ 99 ਸੀ ਉਹ ਦੀਵਾ ਆਪਣਾ ਜਗਾ ਤੇ ਸਕਦੇ ਨਹੀਂ ਸੀ,
ਉਹਨਾਂ ਕੀ ਕੀਤਾ, ਨਿੰਦਕ ਬਣ ਕੇ ਉਹਦਾ ਦੀਵਾ ਬੁਝਾਉਣ ਦੀ ਕੋਸ਼ਿਸ਼। ਇਹੋ ਹੀ ਸੰਸਾਰ ਹੈ। ਬਾਣੀ ਤੇ ਉਹ ਕਹਿੰਦੀ ਹੈ ਕਿ ਲੋਕ ਜਿਹੜੇ ਨਾ ਬਹੁਤ ਹੁੰਦੇ ਨੇ, ਗੁਰੂਆਂ ਦੇ ਨਾਲ ਨਿੰਦਿਆ ਕੌਣ ਕਰਦੇ ਨੇ? ਉਹੀ ਜਿਨ੍ਹਾਂ ਦਾ ਦੀਪਕ ਨਹੀਂ ਜਗਿਆ। ਈਰਖਾ, ਇਹ ਉਹ ਕਹਿੰਦੇ ਨੇ ਕਿ ਦੂਜੇ ਦਾ ਮੂੰਹ ਲਾਲ ਵੇਖ ਕੇ ਆਪਣਾ ਮੂੰਹ ਚਪੇੜਾ ਮਾਰ ਕੇ ਲਾਲ ਕਰ ਲੈਣਾ। ਉਹ ਕੋਈ ਸਹੀ ਤਰੀਕਾ ਥੋੜੀ ਹੈ। ਅਗਲੇ ਨੇ ਕੀਤਾ, ਕਿੰਨੀ ਕੁ ਵਧੀਆ ਐਕਸਰਸਾਈਜ਼ ਕੀਤੀ, ਕਿੰਨਾ ਵਧੀਆ ਖਾਣਾ ਖਾਧਾ ਹੈ, ਹਰੀਆਂ ਸਬਜ਼ੀਆਂ ਖਾਧੀਆਂ, ਫਰੂਟ ਖਾਧੇ ਆ, ਉਹਨੇ ਆਪਣੀ ਕੇਅਰ ਕੀਤੀ ਹੈ, ਐਕਸਰਸਾਈਜ਼ ਕੀਤੀ ਹੈ, ਪਾਣੀ ਵੱਧ ਪੀਤਾ, ਤੇ ਉਹਦੀ ਬੋਡੀ ਫਿੱਟ ਆ। ਤੇ ਹੁਣ ਮੇਰੇ ਵਰਗਾ ਏਡਾ ਵੱਡਾ ਢਿੱਡ ਛੱਡ ਕੇ ਜੈਲਸੀ ਕਰੀ ਜਾਵੇ, ਐਕਸਰਸਾਈਜ਼ ਮੈਂ ਨਾ ਕਰਾਂ, ਟਾਈਮ ਤੇ ਮੈਂ ਨਾ ਰੋਟੀ ਖਾਵਾਂ, ਹਰੀਆਂ ਸਬਜ਼ੀਆਂ ਮੈਂ ਨਾ ਖਾਵਾਂ, ਤੇ ਫਿਰ ਮੇਰੀ ਸਿਹਤ ਉਹਨਾਂ ਵਰਗੀ ਕਿੱਥੋਂ ਬਣ ਸਕਦੀ ਹੈ? ਤੇ ਜੇ ਉਹ ਮੈਂ ਈਰਖਾ ਵੀ ਕਰਦਾ ਹੈ ਤੇ ਉਹਦੇ 'ਚ ਨੁਕਸਾਨ ਮੇਰਾ ਹੀ ਆ, ਉਹਨਾਂ ਦਾ ਨਹੀਂ ਨੁਕਸਾਨ। ਠੀਕ ਹੈ ਜੀ। ਇਹ ਬਾਣੀ ਆਪਾਂ ਨੂੰ ਇਹ ਸਮਝਾ ਰਹੀ ਆ ਕਿ ਆਪਣਾ ਦੀਪਕ ਸਾਨੂੰ ਖੁਦ ਬਣਨਾ ਚਾਹੀਦਾ, ਔਰ ਜੋ ਵੀ ਗਿਆਨ ਹੈ ਉਹ ਸਾਡਾ ਹੋਣਾ ਚਾਹੀਦਾ। ਜਿਹੜਾ ਸਾਡਾ ਅਨੁਭਵ ਨਹੀਂ, ਉਹ ਹੈ ਵੀ ਨਹੀਂ, ਉਹ ਕੇਵਲ ਸੁਣਿਆ, ਕਲਪਨਾ, ਪੜ੍ਹ ਲਿਆ ਬਸ। ਤੇ ਜਦੋਂ ਆਪਾਂ, ਉਹ ਜਾਣਕਾਰੀਆਂ ਨੇ, ਗਿਆਨ ਨਹੀਂ ਆ। ਗਿਆਨ ਉਦੋਂ ਬਣੂਗਾ ਜਿੱਦਣ ਤੁਹਾਡਾ ਆਪਣਾ ਅਨੁਭਵ ਹੋਊਗਾ, ਉਦਣ ਗਿਆਨ ਬਣੂਗਾ। ਜਿਹੜੀ ਚੀਜ਼ ਤੁਸੀਂ ਕਰਨੀ ਸਿੱਖ ਲਈ ਉਹ ਗਿਆਨ ਜੇ, ਤੇ ਜਿਹੜੀ ਚੀਜ਼ ਤੁਸੀਂ ਕਰਨੀ ਹੈ ਤੁਹਾਨੂੰ ਨਹੀਂ ਆਉਂਦੀ, ਤੁਸੀਂ ਪੜ੍ਹ ਲਈ ਆ, ਉਹ ਗਿਆਨ ਨਹੀਂ ਹੈ, ਉਹ ਕੇਵਲ ਜਾਣਕਾਰੀ ਹੈ। ਉਹ ਚਾਹੇ ਰੱਬ ਆ ਤੇ ਚਾਹੇ ਖਾਣਾ ਬਣਾਉਣਾ ਹੈ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ। ਜਦ ਤੱਕ ਆਪਾਂ ਜਿਹੜੇ ਹੈਗੇ ਆ ਉਹ ਕੰਮ ਨਹੀਂ ਕਰਦੇ ਤੇ ਆਪਣਾ ਗਿਆਨ ਹੋ ਹੀ ਨਹੀਂ ਸਕਦਾ। ਬਸ ਹਾਂ, ਗਿਆਨ ਉਦੋਂ ਬਣਨਾ ਜਿੱਦਣ ਤੁਹਾਡਾ ਆਪਣਾ ਅਨੁਭਵ ਹੈ। ਰੋਟੀ ਖਾ ਲਈ ਹੈ, ਪਾਣੀ ਪੀ ਲਈ, ਉਹ ਤੁਹਾਡਾ ਗਿਆਨ ਹੈ, ਤੁਸੀਂ ਜਾਣ ਲਿਆ, ਗੱਲਾਂ ਨਹੀਂ ਆ, ਤੁਸੀਂ ਪ੍ਰੈਕਟੀਕਲ ਅਨੁਭਵ ਕਰ ਰਹੇ ਹੋ। ਠੀਕ ਹੈ। ਅੱਜ ਦੀ ਵਿਚਾਰੇ ਤੇ ਸਮਾਪਤ ਨੇ ਜੋ ਸਾਹਿਬ। ਹਾਂਜੀ ਬਿਲਕੁਲ, ਬਹੁਤ ਵਧੀਆ ਜੀ। ਤੈਰਨਾ ਸਿੱਖਣ ਲਈ ਵੀਰ ਜੀ ਉਹ ਪਾਣੀ 'ਚ ਤਾਂ ਉਤਰਨਾ ਪਊਗਾ। ਹਾਂਜੀ ਸਹੀ ਹੈ ਜੀ। ਅੱਜ ਦੀ ਵਿਚਾਰ ਇੱਥੇ ਸਮਾਪਤ ਜੀ। ਹਾਂਜੀ ਵੀਰ ਜੀ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿਬੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ਼ ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਆ। ਵੀਰ ਜੀ ਦਾ ਮਾਈਕ ਬੰਦ ਹੋ ਗਿਆ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤਾਂ ਸੰਗਤ ਜੀ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।